हाँ जी ਡੀਅਰ व्यूअर, स्वागत है ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ। ਤੇ ਅਸੀਂ ਅੱਜ ਤੁਹਾਡੇ ਲਈ ਟੌਪਿਕ ਲੈ ਕੇ ਆਏ ਹਾਂ ਲੋਕ ਮਤ, ਪਬਲਿਕ ਓਪੀਨੀਅਨ। ਇਹ ਟੌਪਿਕ 10th ਕਲਾਸ ਦੇ ਵਿਦਿਆਰਥੀਆਂ ਦੇ ਲਈ ਵੀ ਹੈ ਤੇ +2 ਕਲਾਸ ਦੇ ਵਿਦਿਆਰਥੀਆਂ ਦੇ ਲਈ ਵੀ ਹੈ। ਦੋਨਾਂ ਦੇ ਵਿੱਚ ਕਾਮਨ ਟੌਪਿਕ ਅਸੀਂ ਸਿਲੈਕਟ ਕੀਤਾ ਤੇ ਇਹ ਜਿਹੜਾ 10th ਕਲਾਸ ਦਾ ਲੈਸਨ ਨੰਬਰ 13 ਹੈ ਸਿਵਿਕਸ ਵਾਲੇ ਪਾਰਟ ਦੇ ਵਿੱਚੋਂ, ਨਾਗਰਿਕ ਸ਼ਾਸਤਰ ਵਾਲੇ ਭਾਗ 'ਚੋਂ, ਉਸ ਦੇ ਵਿੱਚ ਇਹ ਟੌਪਿਕ ਗਿਵਨ ਹੈ ਤੁਹਾਨੂੰ। तो +2 ਕਲਾਸ ਦੇ ਵਿੱਚ ਇਹ ਜਿਹੜੀ ਪੋਲੀਟੀਕਲ ਸਾਇੰਸ ਦੀ ਬੁੱਕ ਹੈ ਉਹਦੇ ਵਿੱਚ ਲੈਸਨ ਨੰਬਰ ਜਿਹੜਾ 10 ਹੈ, ਪੂਰੇ ਲੈਸਨ ਦਾ ਨਾਮ ਹੀ ਪਬਲਿਕ ਓਪੀਨੀਅਨ ਹੈ। ਤੇ ਅਸੀਂ ਇਸ ਕਰਕੇ ਇਹ ਦੋਨੋਂ ਕਲਾਸਾਂ ਦੇ ਲਈ ਕਾਮਨ ਟੌਪਿਕ ਲੈ ਕੇ ਆਏ ਹਾਂ। ਤਾਂ ਸਭ ਤੋਂ ਪਹਿਲਾਂ ਅਸੀਂ ਇਸ ਲੈਸਨ ਦੇ ਵਿੱਚ ਸਟਾਰਟਿੰਗ 'ਚ ਦੱਸਾਂਗੇ ਕਿ ਲੋਕ ਮਤ ਹੁੰਦਾ ਕੀ ਹੈ, ਇਸ ਦਾ ਅਰਥ ਕੀ ਹੈ, ਇਸ ਦੇ ਰਸਤੇ ਦੇ ਵਿੱਚ ਫਿਰ ਰੁਕਾਵਟਾਂ ਕਿਹੜੀਆਂ ਨੇ, ਇਹਦੀ ਇੰਪੋਰਟੈਂਸ ਕੀ ਹੁੰਦੀ ਹੈ। ਇਹਨਾਂ ਸਾਰੇ ਟੌਪਿਕਸ ਦੇ ਉੱਤੇ ਅਸੀਂ ਅੱਜ ਚਰਚਾ ਕਰਨ ਵਾਲੇ ਹਾਂ। ਤਾਂ ਸਭ ਤੋਂ ਪਹਿਲਾਂ ਅਸੀਂ ਸਮਝਦੇ ਹਾਂ ਕਿ ਲੋਕ ਮਤ ਦਾ ਅਰਥ ਕੀ ਹੁੰਦਾ ਹੈ। ਇਹਦੇ ਵਿੱਚ ਜਿਹੜਾ ਸ਼ਬਦ ਮਤ ਯੂਜ਼ ਕੀਤਾ ਗਿਆ ਇਹਦਾ ਅਰਥ ਕੀ ਹੁੰਦਾ ਹੈ, ਵਿਚਾਰ। ਤੇ ਲੋਕ ਸਭ ਨੂੰ ਪਤਾ ਹੈ, ਆਮ ਜਨਤਾ, ਆਮ ਪਬਲਿਕ ਨੂੰ ਹੀ ਅਸੀਂ ਕੀ ਬੋਲਦੇ ਹਾਂ, ਲੋਕ। ਤਾਂ ਲੋਕਾਂ ਦੇ ਜਾਂ ਜਨਤਾ ਦੇ ਜੋ ਵੀ ਵਿਚਾਰ ਨੇ, ਪਰ ਕਿਹੜੇ ਵਿਚਾਰ, ਜਿਹੜੇ ਵਿਚਾਰ ਸਮੂਹਿਕ ਰੂਪ ਦੇ ਵਿੱਚ ਹੋਣ। ਸਮੂਹਿਕ ਦਾ ਮਤਲਬ ਕੀ ਹੁੰਦਾ ਹੈ ਕਿ ਇੱਕ ਅਜਿਹੇ ਜਨਤਾ ਦੇ ਵਿਚਾਰ ਜਿਹਦੇ ਵਿੱਚ ਸਾਰੇ ਦੇਸ਼ ਦੀ ਜਨਤਾ ਦਾ ਕੀ ਹੋਵੇ, ਵੈਲਫੇਅਰ ਹੋਵੇ, ਭਲਾ ਹੋਵੇ। ਵਿਚਾਰ ਤਾਂ ਸਭ ਦੇ ਹੋ ਸਕਦੇ ਆ, ਪਰ ਕੁਝ ਵਿਚਾਰ ਅਜਿਹੇ ਹੁੰਦੇ ਨੇ ਜਿਨ੍ਹਾਂ ਦਾ ਬੈਨੀਫਿਟ ਕੁਝ ਲੋਕਾਂ ਨੂੰ ਹੁੰਦਾ ਹੈ। ਜਿਵੇਂ ਕਿਸੇ ਸੁਸਾਇਟੀ ਦੇ ਵਿੱਚ ਮੰਨ ਲਓ ਕਿ 80% ਕਿਸੇ ਦੇਸ਼ ਦੇ ਵਿੱਚ ਹਿੰਦੂ ਹਨ ਅਤੇ 20% ਸਪੋਜ਼ ਕਰੋ ਕਿ ਉੱਥੇ ਮੁਸਲਮਾਨ ਹਨ। ਅਸੀਂ ਇੱਕ ਐਗਜ਼ਾਮਪਲ ਨਾਲ ਸਮਝਾਂਗੇ। ਜੇਕਰ ਕੁਝ ਲੋਕਾਂ ਦੇ ਵਿਚਾਰ ਸਿਰਫ ਇਕੱਲੇ ਹਿੰਦੂਆਂ ਦੇ ਪੱਖ ਵਿੱਚ ਬਣੇ ਨੇ, ਕਿ ਸਿਰਫ ਉਹਦੇ ਵਿੱਚ ਉਹਨਾਂ ਵਿਚਾਰਾਂ ਦੇ ਨਾਲ ਸਿਰਫ ਇਕੱਲਾ ਹਿੰਦੂ ਸਮਾਜ ਦਾ ਹੀ ਕੀ ਹੋ ਰਿਹਾ ਫਾਇਦਾ, ਤਾਂ ਅਜਿਹੇ ਵਿਚਾਰਾਂ ਨੂੰ ਅਸੀਂ ਕੀ ਬੋਲਦੇ ਹਾਂ, ਬਹੁਮਤ। ਔਰ ਕੁਝ ਅਜਿਹੇ ਵਿਚਾਰ ਜਿਹਦੇ ਵਿੱਚ ਸਿਰਫ ਉਸ ਏਰੀਏ ਦੇ ਵਿੱਚ ਜਾਂ ਉਸ ਦੇਸ਼ ਦੇ ਵਿੱਚ ਘੱਟ ਗਿਣਤੀ ਵਾਲੇ ਲੋਕਾਂ ਨੂੰ ਹੀ ਸਿਰਫ ਇਕੱਲਾ ਬੈਨੀਫਿਟ ਹੋਵੇ, ਵੱਧ ਗਿਣਤੀ ਵਾਲਿਆਂ ਨੂੰ ਉਹਦਾ ਕੋਈ ਬੈਨੀਫਿਟ ਨਾ ਹੋਵੇ, ਤਾਂ ਅਜਿਹੇ ਵਿਚਾਰਾਂ ਨੂੰ ਅਸੀਂ ਬੋਲਦੇ ਹਾਂ ਅਲਪ ਮਤ। ਅਲਪ ਦਾ ਮਤਲਬ ਘੱਟ ਅਤੇ ਬਹੁਤ ਦਾ ਮਤਲਬ ਹੁੰਦਾ ਵੱਧ, ਕਿ ਅਜਿਹੇ ਵਿਚਾਰ ਜਿਹਦੇ ਨਾਲ ਜ਼ਿਆਦਾ ਗਿਣਤੀ ਵਾਲੇ ਲੋਕਾਂ ਦਾ ਬੈਨੀਫਿਟ ਹੋਵੇ, ਘੱਟ ਵਾਲਿਆਂ ਦਾ ਬੈਨੀਫਿਟ ਨਾ ਹੋਵੇ। ਅਤੇ ਅਲਪ ਮਤ ਦੇ ਵਿੱਚ ਕੀ ਹੋਏਗਾ, ਜਿਹਦੇ ਵਿੱਚ ਘੱਟ ਗਿਣਤੀ ਵਾਲਿਆਂ ਦਾ ਤਾਂ ਬੈਨੀਫਿਟ ਹੋਵੇ ਲੇਕਿਨ ਵੱਧ ਗਿਣਤੀ ਵਾਲਿਆਂ ਦਾ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਵੀ ਲਾਭ ਨਾ ਹੋਵੇ। ਪਰ ਜੇ ਇਹਨਾਂ ਸਾਰੇ 100% ਲੋਕਾਂ ਦੇ ਹੀ ਵੈਲਫੇਅਰ ਬਾਰੇ ਅਸੀਂ ਸੋਚਣਾ ਹੈ ਕਿ ਜਿਹਦੇ ਵਿੱਚ ਹਿੰਦੂਆਂ ਦਾ ਵੀ ਭਲਾ ਹੋਵੇ ਅਤੇ ਮੁਸਲਮਾਨਾਂ ਦਾ ਵੀ ਭਲਾ ਹੋਵੇ, ਅਗਰ ਸਮੂਹਿਕ ਰੂਪ ਦੇ ਵਿੱਚ ਪੂਰੇ ਹੀ ਸੁਸਾਇਟੀ ਦਾ ਬੈਨੀਫਿਟ ਹੋ ਰਿਹਾ, ਤਾਂ ਅਜਿਹੇ ਵਿਚਾਰਾਂ ਨੂੰ ਅਸੀਂ ਕੀ ਬੋਲਦੇ ਹਾਂ, ਲੋਕ ਮਤ। ਤਾਂ ਇਹ ਤਿੰਨ ਕਨਸੈਪਟ ਅਲੱਗ-ਅਲੱਗ ਹੈ। ਅਲਪ ਮਤ ਦੇ ਵਿੱਚ ਜਿਹੜੇ ਵਿਚਾਰ ਹੋਣਗੇ ਉਹ ਸਿਰਫ ਘੱਟ ਗਿਣਤੀਆਂ ਦੀ ਸਿਕਿਉਰਿਟੀ ਵਾਸਤੇ ਹੋਣਗੇ, ਅਤੇ ਬਹੁਮਤ ਦੇ ਵਿੱਚ ਸਿਰਫ ਜਿਨ੍ਹਾਂ ਦੀ ਗਿਣਤੀ ਦੇਸ਼ 'ਚ ਵੱਧ ਹੈ, ਇਹਦੇ ਵਿੱਚ ਹਿੰਦੂਆਂ ਨੂੰ ਇਗਨੋਰ ਕੀਤਾ ਜਾਏਗਾ ਅਲਪ ਮਤ ਦੇ ਵਿੱਚ, ਅਤੇ ਬਹੁਮਤ ਦੇ ਵਿੱਚ ਮੁਸਲਮਾਨਾਂ ਨੂੰ ਇਗਨੋਰ ਕੀਤਾ ਜਾਏਗਾ। ਲੇਕਿਨ ਜਿਹੜਾ ਬੇਟਾ ਲੋਕ ਮਤ ਹੈ ਇਹਦੇ ਵਿੱਚ ਕਿਸੇ ਨੂੰ ਇਗਨੋਰ ਨਹੀਂ ਕੀਤਾ ਜਾਏਗਾ, ਇਹਦੇ ਵਿੱਚ ਸਾਰੇ ਹੀ ਸੁਸਾਇਟੀ ਦੇ ਵੈਲਫੇਅਰ ਦੇ ਬਾਰੇ ਸੋਚਿਆ ਜਾਂਦਾ ਹੈ। ਤਾਂ ਲੋਕ ਮਤ ਇੱਕ ਬੜਾ ਹੀ ਸਕਾਰਾਤਮਕ ਕਨਸੈਪਟ ਹੈ ਜਿਹਦੇ ਵਿੱਚ ਸਿਰਫ ਇਕੱਲੇ ਹਿੰਦੂ ਜਾਂ ਮੁਸਲਮਾਨਾਂ ਦੇ ਆਧਾਰ 'ਤੇ ਨਹੀਂ, ਸਗੋਂ ਪੂਰੀ ਸੁਸਾਇਟੀ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਪੂਰੀ ਸੁਸਾਇਟੀ ਨੂੰ ਕਿਸ ਤਰੀਕੇ ਨਾਲ ਚਲਾਉਣਾ ਚਾਹੀਦਾ। ਲੋਕਾਂ ਦੀ ਜਿਹੜੀ ਰਾਏ ਹੈ ਜਿਹਦੇ ਵਿੱਚ ਹਿੰਦੂ ਅਤੇ ਮੁਸਲਮਾਨ, ਈਸਾਈ, ਸਿੱਖ ਸਭ ਦਾ ਕੀ ਹੋਵੇ, ਬਰਾਬਰ ਵਿਕਾਸ ਹੋਵੇ। ਤਾਂ ਅਜਿਹੇ ਵਿਚਾਰਾਂ ਦਾ ਜਿਹੜਾ ਸਮੂਹ ਹੈ ਉਸੇ ਨੂੰ ਅਸੀਂ ਕੀ ਬੋਲਦੇ ਹਾਂ, ਲੋਕ ਮਤ। ਜੇਕਰ ਗੱਲ ਕਰੀਏ ਲੋਕ ਮਤ ਦੇ ਅਰਥ ਦੀ, ਤਾਂ ਲੋਕ ਮਤ ਦਾ ਅਰਥ ਕੀ ਹੈ ਕਿ ਲੋਕ ਮਤ ਦਾ ਅਰਥ ਸਮਾਜ ਨੂੰ ਪ੍ਰਭਾਵਿਤ ਕਰਨ ਵਾਲੇ ਵਿਸ਼ੇ, ਸਮਾਜ ਨੂੰ ਪ੍ਰਭਾਵਿਤ ਕਰਨ ਵਾਲੇ ਵਿਸ਼ੇ ਜੋ ਸੁਸਾਇਟੀ ਨੂੰ ਕਿਸੇ ਤਰੀਕੇ ਦਾ ਵੀ ਨੈਗੇਟਿਵ ਇਫੈਕਟ ਪਾਉਂਦੇ ਹੈ। ਅਜਿਹੇ ਵਿਸ਼ਿਆਂ ਸੰਬੰਧੀ ਜਿਹੜੀ ਉਸ ਦੇਸ਼ ਦੀ ਜਾਂ ਉਸ ਸਮਾਜ ਦੀ ਜਿਹੜੀ ਆਮ ਜਨਤਾ ਹੈ ਉਹਨਾਂ ਦੀ ਸਮੂਹਿਕ ਰਾਏ ਮਤਲਬ ਵਿਚਾਰ, ਕਿ ਆਮ ਜਨਤਾ ਦੇ ਸਮਾਜ ਨੂੰ ਜਿਹੜੇ ਵਿਸ਼ੇ ਪ੍ਰਭਾਵਿਤ ਕਰਦੇ ਨੇ ਉਹਨਾਂ ਸੰਬੰਧੀ ਜੋ ਵੀ ਲੋਕਾਂ ਦੀ ਸਮੂਹਿਕ ਰਾਏ ਹੈ ਜਾਂ ਸਮੂਹਿਕ ਜਿਹੜੇ ਵਿਚਾਰ ਨੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਲੋਕ ਮਤ। ਕਿਸੇ ਸੁਸਾਇਟੀ ਦੇ ਵਿੱਚ ਬਹੁਤ ਸਾਰੇ ਅਜਿਹੇ ਮੁੱਦੇ ਹੋਣਗੇ ਜੋ ਸਮਾਜ ਦੇ ਲੋਕਾਂ ਨੂੰ, ਇੱਥੇ ਰਹਿਣ ਵਾਲੇ ਲੋਕਾਂ ਨੂੰ ਵੱਖ-ਵੱਖ ਤਰੀਕੇ ਨਾਲ ਕੀ ਕਰਦੇ ਨੇ, ਪ੍ਰਭਾਵਿਤ ਕਰਦੇ ਹੈ। ਜਿਵੇਂ ਸਮਾਜ ਦੇ ਵਿੱਚ ਇਹਨਾਂ ਨੂੰ ਪ੍ਰਭਾਵਿਤ ਕਰਨ ਵਾਲਾ ਤੱਤ ਕੀ ਹੈ, ਬੇਰੁਜ਼ਗਾਰੀ ਹੈ। ਇਹਨਾਂ ਨੂੰ ਪ੍ਰਭਾਵਿਤ ਕਰਨ ਵਾਲਾ ਤੱਤ ਗਰੀਬੀ ਹੈ। ਇਹਨਾਂ ਨੂੰ ਪ੍ਰਭਾਵਿਤ ਕਰਨ ਵਾਲਾ ਜਿਹੜਾ ਤੱਤ ਹੈ ਸੁਸਾਇਟੀ ਦੇ ਵਿੱਚ ਉਹ ਹੈਗਾ ਭ੍ਰਿਸ਼ਟਾਚਾਰ। ਤਾਂ ਅਜਿਹੇ ਬਹੁਤ ਸਾਰੇ ਸਮਾਜਿਕ ਮੁੱਦੇ ਹਨ, ਠੀਕ ਹੈ। ਇਹਦੇ ਵਿੱਚ ਤੁਹਾਡੀ ਅਨਪੜ੍ਹਤਾ ਵੀ ਹੈ ਜੋ ਸਮਾਜ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ। ਪ੍ਰਸ਼ਾਸਨਿਕ ਵਿਵਸਥਾ ਹੈ
ਇਹ ਵੀ ਸਮਾਜ ਨੂੰ ਪ੍ਰਭਾਵਿਤ ਕਰਦੀ ਹੈ। ਰਾਜਨੀਤਿਕ ਦਲ ਵੀ ਸਮਾਜ ਨੂੰ ਪ੍ਰਭਾਵਿਤ ਕਰਦੇ ਹਨ। ਤਾਂ ਅਜਿਹੇ ਬਹੁਤ ਸਾਰੇ ਮੁੱਦੇ ਨੇ ਜੋ ਇੱਥੇ ਰਹਿਣ ਵਾਲੇ ਲੋਕਾਂ ਨੂੰ ਕੀ ਕਰਦੇ ਹੈ, ਪ੍ਰਭਾਵਿਤ। ਔਰ ਇਹਨਾਂ ਸਾਰੇ ਮੁੱਦਿਆਂ ਦੇ ਪ੍ਰਤੀ ਜੋ ਆਮ ਜਨਤਾ ਦੇ ਵਿਚਾਰ ਹਨ, ਜੋ ਵੀ ਆਮ ਜਨਤਾ ਦੇ ਵਿਚਾਰ ਹਨ, ਜਿਹਦੇ ਵਿੱਚ ਸਿਰਫ ਕਿਸੇ ਜਾਤੀ ਜਾਂ ਧਰਮ ਜਾਂ ਨਸਲ ਨੂੰ ਦੇਖ ਕੇ ਨਹੀਂ, ਜਦੋਂ ਕਿ ਇਹ ਸਾਰੇ ਮੁੱਦੇ ਹਰੇਕ ਧਰਮ ਦੇ ਲੋਕਾਂ ਨਾਲ ਜੁੜੇ ਹੋਏ ਨੇ, ਹਰੇਕ ਜਾਤੀ ਦੇ ਲੋਕਾਂ ਨਾਲ ਜੁੜੇ ਹੋਏ ਨੇ, ਹਰੇਕ ਨਸਲ ਦੇ ਲੋਕਾਂ ਨਾਲ ਜੁੜੇ ਹੋਏ ਨੇ। ਇਹਦੇ ਵਿੱਚ ਕਿਸੇ ਦਾ ਪੱਖਪਾਤ ਨਹੀਂ ਕੀਤਾ ਜਾਏਗਾ। ਜਿਵੇਂ ਕਿ ਮੈਂ ਤੁਹਾਨੂੰ ਸਟਾਰਟਿੰਗ ਦੱਸਿਆ ਸੀ ਕਿ ਜਿਹੜਾ ਲੋਕ ਮਤ ਹੈ ਉਹਦੇ ਵਿੱਚ ਘੱਟ ਗਿਣਤੀ ਵਾਲੇ ਦੀ ਵੀ ਸੁਣੀ ਜਾਏਗੀ ਅਤੇ ਵੱਧ ਗਿਣਤੀ ਵਾਲਿਆਂ ਦੀ ਵੀ ਸੁਣੀ ਜਾਏਗੀ। ਉਹਦੇ ਵਿੱਚ ਵਿਚਾਰ ਅਜਿਹੇ ਹੋਣਗੇ ਜੋ ਸੁਸਾਇਟੀ ਦੇ ਹਰੇਕ ਮੈਂਬਰ ਨੂੰ ਬੈਨੀਫਿਟ ਦੇਣਗੇ, ਉਹਦਾ ਪੂਰੀ ਕੰਟਰੀ ਨੂੰ ਬੈਨੀਫਿਟ ਹੋਏਗਾ। ਤਾਂ ਇਹ ਸਾਰੇ ਮੁੱਦਿਆਂ ਦੇ ਪ੍ਰਤੀ ਜੋ ਆਮ ਜਨਤਾ ਦੀ ਰਾਏ ਹੈ ਜਾਂ ਜਿਹੜੇ ਵਿਚਾਰ ਨੇ, ਉਹਨਾਂ ਵਿਚਾਰਾਂ ਨੂੰ ਅਸੀਂ ਸਮੂਹਿਕ ਰੂਪ 'ਚ ਕੀ ਕਹਿੰਦੇ ਹਾਂ, ਲੋਕ ਮਤ। ਤਾਂ ਉਮੀਦ ਕਰਦਾ ਕਿ ਇਹ ਸਾਰੇ ਹੀ ਵਿਊਵਰਸ ਨੂੰ ਜਿਹੜੀ ਡੈਫੀਨੇਸ਼ਨ ਹੈ ਜਾਂ ਉਹਦਾ ਮੀਨਿੰਗ ਹੈ ਜਿਹੜਾ ਉਹ ਕਲੀਅਰ ਹੋ ਗਿਆ ਹੋਵੇਗਾ। ਹੁਣ ਉਸ ਤੋਂ ਬਾਅਦ ਅਸੀਂ ਕੁਝ ਵਿਦਵਾਨਾਂ ਦੁਆਰਾ ਜਿਹੜੀ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਨੇ ਉਹਦੇ ਉੱਪਰ ਚਰਚਾ ਕਰਦੇ ਹਾਂ। ਤਾਂ ਇਸ ਤੋਂ ਬਾਅਦ ਸਾਡੇ ਕੋਲ ਕੁਝ ਪਰਿਭਾਸ਼ਾਵਾਂ ਨੇ ਲੋਕਮਤ ਦੀਆਂ ਜੋ ਅਲੱਗ-ਅਲੱਗ ਵਿਦਵਾਨਾਂ ਦੁਆਰਾ ਦਿੱਤੀਆਂ ਗਈਆਂ ਨੇ। ਸਭ ਤੋਂ ਪਹਿਲੀ ਜਿਹੜੀ ਪਰਿਭਾਸ਼ਾ ਹੈਗੀ ਹੈ ਉਹ ਹੈ ਸਾਡੇ ਕੋਲ ਕੈਰੋਲ ਦੀ। ਅਤੇ ਕੈਰੋਲ ਨੇ ਕੀ ਲਿਖਿਆ ਕਿ ਆਮ ਤੌਰ 'ਤੇ ਜਿਹੜੀ ਸਧਾਰਨ ਜਨਤਾ ਹੈ, ਸਧਾਰਨ ਜਨਤਾ ਦਾ ਮਤਲਬ ਦੇਸ਼ ਦੇ ਵਿੱਚ ਰਹਿਣ ਵਾਲੇ ਆਮ ਨਾਗਰਿਕ ਜਾਂ ਆਮ ਲੋਕ, ਇਹਨਾਂ ਦੀ ਜੋ ਸੰਯੁਕਤ ਪ੍ਰਕਿਰਿਆ ਹੈ, ਪ੍ਰਤੀਕਿਰਿਆ। ਸੰਯੁਕਤ ਪ੍ਰਤੀਕਿਰਿਆ ਦਾ ਮਤਲਬ ਕੀ ਹੈ? ਪ੍ਰਤੀਕਿਰਿਆ ਦਾ ਮਤਲਬ ਹੁੰਦਾ ਹੈ ਕਿਸੇ ਵੀ ਸਰਕਾਰ ਦੇ ਐਕਸ਼ਨ ਦੇ ਅਗੇਨਸਟ ਉਹਨਾਂ ਨੇ ਕੀ ਵਿਚਾਰ ਰੱਖਿਆ ਹੈ। ਕਿਰਿਆ ਦੇ ਓਪੋਜ਼ਿਟ ਕੀ ਹੁੰਦਾ ਹੈ? ਪ੍ਰਤੀਕਿਰਿਆ। ਕਿ ਸਰਕਾਰ ਨੇ ਕੋਈ ਡਿਸੀਜ਼ਨ ਲਿਆ, ਉਸ ਡਿਸੀਜ਼ਨ ਦੇ ਅਗੇਨਸਟ ਲੋਕ ਕੀ ਕਹਿੰਦੇ ਆ, ਉਸ ਨੂੰ ਕੀ ਬੋਲਾਂਗੇ ਅਸੀਂ? ਪ੍ਰਤੀਕਿਰਿਆ। ਅਤੇ ਆਮ ਜਨਤਾ ਦੀ ਸਰਕਾਰ ਦੇ ਪ੍ਰਤੀ ਜਿਹੜੀ ਸਮੂਹਿਕ ਰੂਪ ਦੇ ਵਿੱਚ ਪ੍ਰਤੀਕਿਰਿਆ ਹੈ, ਉਸੇ ਨੂੰ ਅਸੀਂ ਕੀ ਬੋਲਦੇ ਹਾਂ? ਲੋਕ ਰਾਏ। ਆਮ ਜਨਤਾ ਨੇ ਸਰਕਾਰ ਦੇ ਕਿਸੇ ਵੀ ਫੈਸਲੇ ਦਾ ਕਿਸ ਤਰੀਕੇ ਨਾਲ ਸਵਾਗਤ ਕੀਤਾ ਹੈ ਜਾਂ ਉਸ 'ਤੇ ਆਲੋਚਨਾ ਕੀਤੀ ਹੈ, ਉਸ ਆਲੋਚਨਾ ਨੂੰ ਜਾਂ ਉਸ ਦੀ ਜਿਹੜੀ ਵਾਹ ਵਾਹੀ ਹੋਈ ਹੈ ਸਰਕਾਰ ਦੇ ਫੈਸਲੇ ਦੀ, ਉਸੇ ਨੂੰ ਸਮੂਹਿਕ ਰੂਪ ਦੇ ਵਿੱਚ ਅਸੀਂ ਕੀ ਕਹਿੰਦੇ ਹਾਂ? ਲੋਕ ਮਤ। ਹੁਣ ਦੂਸਰੀ ਡੈਫੀਨੇਸ਼ਨ ਹੈਗੀ ਹੈ ਡਾਕਟਰ ਬੇਨੀ ਪ੍ਰਸਾਦ ਜੀ ਦੀ। ਡਾਕਟਰ ਬੇਨੀ ਪ੍ਰਸਾਦ ਜੀ ਕਹਿੰਦੇ ਨੇ ਕਿ ਕੋਈ ਵੀ ਮਤ ਜਾਂ ਵਿਚਾਰ ਸਹੀ ਅਰਥਾਂ ਦੇ ਵਿੱਚ ਉਸ ਸਮੇਂ ਲੋਕ ਮਤ ਬਣਦਾ ਹੈ। ਕਿ ਅਸੀਂ ਕਿਸੇ ਵੀ ਜਨਤਾ ਦੇ ਜਿਹੜੇ ਵਿਚਾਰ ਨੇ ਉਹਨੂੰ ਲੋਕ ਮਤ ਇਸ ਤਰ੍ਹਾਂ ਨਹੀਂ ਕਿ ਮੈਂ ਕੋਈ ਵਿਚਾਰ ਦੇਤਾ ਕਿ ਉਹ ਲੋਕ ਮਤ ਹੋ ਗਿਆ। ਹੋ ਸਕਦਾ ਕਿ ਜਿਹੜਾ ਮੈਂ ਵਿਚਾਰ ਦਿੱਤਾ ਹੋਵੇ ਉਹਦੇ 'ਚ ਮੇਰਾ ਇਕੱਲੇ ਦਾ ਬੈਨੀਫਿਟ ਹੋਵੇ ਜਾਂ ਸਿਰਫ ਮੇਰੇ ਪਿੰਡ ਦੇ ਕੁਝ ਲੋਕਾਂ ਦਾ ਹੀ ਬੈਨੀਫਿਟ ਹੋਵੇ। ਕੋਈ ਮੈਂ ਅਜਿਹਾ ਵਿਚਾਰ ਸਰਕਾਰ ਦੇ ਸਾਹਮਣੇ ਰੱਖਤਾ, ਤਾਂ ਅਜਿਹੇ ਵਿਚਾਰ ਨੂੰ ਲੋਕਮਤ ਨਹੀਂ ਕਹਿ ਸਕਦੇ। ਸਹੀ ਅਰਥਾਂ ਦੇ ਵਿੱਚ ਕੋਈ ਵੀ ਲੋਕਾਂ ਦਾ ਵਿਚਾਰ ਲੋਕਮਤ ਉਦੋਂ ਬਣਦਾ ਹੈ ਜਿਸ ਸਮੇਂ ਉਹ ਸਮੁੱਚੀ ਸਮਾਜ ਦੇ ਕਲਿਆਣ, ਸਮੁੱਚੇ ਸਮਾਜ ਦਾ ਮਤਲਬ ਪੂਰੀ ਸੁਸਾਇਟੀ ਦਾ ਉਹਦੇ ਵਿੱਚ ਕੀ ਹੋਣਾ ਚਾਹੀਦਾ? ਵੈਲਫੇਅਰ ਹੋਣਾ ਚਾਹੀਦਾ। ਮੇਰੇ ਵਿਚਾਰਾਂ ਦਾ ਸਿਰਫ ਮੇਰੇ ਤੱਕ ਹੀ ਕਲਿਆਣ ਦੀ ਭਾਵਨਾ ਨਹੀਂ ਹੋਣੀ ਚਾਹੀਦੀ। ਜੋ ਵੀ ਮੈਂ ਵਿਚਾਰ ਦੇ ਰਿਹਾ ਹਾਂ ਉਹ ਵਿਚਾਰਾਂ ਦੇ ਵਿੱਚ ਮੇਰੇ ਇਲਾਕੇ 'ਚ ਰਹਿਣ ਵਾਲੇ ਜਾਂ ਮੇਰੇ ਦੇਸ਼ 'ਚ ਰਹਿਣ ਵਾਲੇ ਜਿੰਨੇ ਵੀ ਲੋਕ ਨੇ ਉਹਨਾਂ ਸਭ ਦੇ ਕਲਿਆਣ ਦੀ ਭਾਵਨਾ ਨਾਲ ਮੇਰਾ ਵਿਚਾਰ ਕੀ ਹੋਣਾ ਚਾਹੀਦਾ? ਪ੍ਰੇਰਿਤ ਹੋਣਾ ਚਾਹੀਦਾ। ਕਿ ਜਦੋਂ ਵੀ ਮੈਂ ਆਪਣੇ ਕੋਈ ਵਿਊਜ਼ ਦੇਵਾਂਗਾ ਤਾਂ ਉਹ ਵਿਊਜ਼ ਮੇਰੇ ਅਜਿਹੇ ਹੋਣੇ ਚਾਹੀਦੇ ਨੇ ਜਿਹਦੇ ਵਿੱਚ ਸਿਰਫ ਇਕੱਲੇ ਇੱਕ ਪਰਟੀਕੂਲਰ ਸੁਸਾਇਟੀ ਦੇ ਸੈਕਸ਼ਨ ਦਾ ਬੈਨੀਫਿਟ ਨਾ ਹੋ ਕੇ ਪੂਰੇ ਦੇ ਪੂਰੇ ਸਮਾਜ ਦਾ ਜਿਹੜਾ ਬੈਨੀਫਿਟ ਹੋਣਾ ਚਾਹੀਦਾ। ਅਤੇ ਜੋ ਵੀ ਮੈਂ ਵਿਚਾਰ ਦਿੱਤਾ ਉਹ ਸਾਰਾ ਸੁਸਾਇਟੀ ਹੈ ਜਿਹੜੀ ਉਹ ਉਸ ਨੂੰ ਐਕਸੈਪਟ ਕਰੇ ਕਿ ਹਾਂ ਜੋ ਇਹ ਵਿਚਾਰ ਦਿੱਤੇ ਜਾ ਰਹੇ ਨੇ ਇਹ ਬਿਲਕੁਲ ਸਹੀ ਨੇ। ਹੁਣ ਗਰੀਬੀ ਨੂੰ ਲੈ ਕੇ ਮੈਂ ਕਹਿ ਦਿੰਦਾ ਕਿ ਦੇਸ਼ ਦੇ ਵਿੱਚ ਗਰੀਬੀ ਹੈ ਜਿਹੜੀ ਉਹ ਸਰਕਾਰ ਨੂੰ ਘਟਾਉਣੀ ਚਾਹੀਦੀ ਹੈ, ਅਨਪੜ੍ਹਤਾ ਦੂਰ ਹੋਣੀ ਚਾਹੀਦੀ ਹੈ। ਤਾਂ ਇਸ ਵਿਚਾਰ ਨੂੰ ਹਰੇਕ ਧਰਮ ਦਾ ਲੋਕ, ਹਰੇਕ ਜਾਤੀ ਦੇ ਲੋਕ ਨੇ ਜਿਹੜੇ ਉਹ ਐਕਸੈਪਟ ਕਰਨਗੇ। ਇਟ ਮੀਨਸ ਮੇਰਾ ਇਹ ਵਿਚਾਰ ਕੀ ਹੋ ਗਿਆ? ਇੱਕ ਲੋਕ ਮਤ ਹੋ ਗਿਆ, ਕਿਉਂਕਿ ਇਸ ਨੂੰ ਸਾਰੀ ਜਨਤਾ ਦਾ ਸਪੋਰਟ ਵੀ ਮਿਲੇਗਾ ਔਰ ਇਹ ਸੁਸਾਇਟੀ ਦੇ ਬੈਨੀਫਿਟ ਦੇ ਵਾਸਤੇ ਮੇਰੇ ਇਮੋਸ਼ਨਸ ਵੀ ਹੈ। ਤੀਸਰੀ ਜਿਹੜੀ ਡੈਫੀਨੇਸ਼ਨ ਹੈ ਉਹ ਸਾਨੂੰ ਦਿੱਤੀ ਹੈ ਲਾਰਡ ਬਰਾਈਸ ਨੇ। ਹੁਣ ਲਾਰਡ ਬਰਾਈਸ ਕੀ ਕਹਿੰਦੇ ਨੇ ਕਿ ਸਮਾਜ ਨੂੰ ਪ੍ਰਭਾਵਿਤ ਕਰਨ ਵਾਲੇ ਵਿਸ਼ਿਆਂ ਸੰਬੰਧੀ, ਕਿ ਜੋ ਵਿਸ਼ੇ ਸਮਾਜ ਨੂੰ ਕੀ ਕਰ ਰਹੇ ਨੇ? ਪ੍ਰਭਾਵਿਤ ਕਰ ਰਹੇ ਨੇ, ਇਫੈਕਟ ਕਰ ਰਹੇ ਨੇ। ਜਿਵੇਂ ਕਿ ਤੁਹਾਨੂੰ ਮੈਂ ਸਟਾਰਟਿੰਗ ਦੱਸਿਆ ਸੀ ਕਿ ਸਮਾਜ ਨੂੰ ਇਫੈਕਟ ਕਰਨ ਵਾਲੇ ਵਿਸ਼ਿਆਂ ਦੇ ਵਿੱਚ ਗਰੀਬੀ ਹੈ, ਬੇਰੁਜ਼ਗਾਰੀ ਹੈ, ਅਨਪੜ੍ਹਤਾ ਹੈ। ਇਹਨਾਂ ਸੰਬੰਧੀ ਜੋ ਆਮ ਜਨਤਾ ਦੀ ਰਾਏ ਹੈ ਜਾਂ ਵਿਚਾਰ ਹੈ, ਆਮ ਜਨਤਾ ਦੀ ਰਾਏ ਹੈ ਜਾਂ ਜੋ ਵੀ ਵਿਚਾਰ ਨੇ ਉਹਨਾਂ ਵਿਚਾਰਾਂ ਨੂੰ ਹੀ ਸਮੂਹਿਕ ਰੂਪ 'ਚ ਕੀ ਕਹਿੰਦੇ ਆ? ਲੋਕ ਮਤ। ਤਾਂ ਇਹ 3 ਡੈਫੀਨੇਸ਼ਨਸ ਨੇ। ਈਜ਼ੀ ਡੈਫੀਨੇਸ਼ਨ ਮੈਂ ਸਿਲੈਕਟ ਕੀਤੀਆਂ ਨੇ, ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਔਰ ਨਾਲ ਆਪਣੇ ਨੋਟਸ ਨੇ ਜਿਹੜੇ ਉਹ ਬਣਾ ਸਕਦੇ ਹੋ। ਉਸ ਤੋਂ ਬਾਅਦ ਸਾਡੇ ਕੋਲ ਟੌਪਿਕ ਹੈ ਲੋਕ ਮਤ ਦੇ ਲੱਛਣ ਜਾਂ ਵਿਸ਼ੇਸ਼ਤਾਵਾਂ।
सब टॉपिक है। पहला असी डेफिनेशन क्लीयर कर ली है, मीनिंग क्लीयर कर लिया। हुण असी दसदे कि लोक मत के लक्षण की हुंदे ने या उहदियां विशेषतावां की हुंदियां ने। सब तो पहला हैगा कि जिहड़ा लोक मत है वो तर्कपूर्ण होना चाहिए। तर्कपूर्ण का मतलब हुंदा है लॉजिकल, कि जदों भी आपां किसी सोसाइटी के भले वास्ते किसी तरीके का भी समूहिक रूप दे विच विचार दे रहे हाँ तो वो जिहड़ा विचार है वो लॉजिक बेस्ड होना चाहिए। ये नहीं कि असी कुछ अजिहे धर्म या जाति के पिछे लग के अजिहा विचार दे दईए जिहदे पिछे कोई लॉजिक ही नहीं हैगा। तो कोई भी जो लोग या जनता अपनी राय पेश करती है तो उहदे पिछे कुछ फैक्ट्स होंदे ने। हुण जिवें मैं गरीबी नूं लैके अगर अपने विचार देवांगा तो उहदे पिछे मैं लॉजिक ये देवांगा, कोई ना कोई डाटा एक्सप्लेन करांगा कि भारत दे विच जदों दी ये सरकार नवीं सरकार आई है तो उहदे नाल जिहड़ी गरीबी की परसेंटेज है वो इंडिया च की हो गई है, इनक्रीज़ हो रही है। जिवें 2014 दे विच मैं एग्जाम्पल दे दां कि साडे देश च गरीबी है जिहड़ी वो 21% सी। अगर मैं यही फैक्ट पेश करां कि किसी कंपनी या किसी सर्वे के अनुसार जिहड़ा ये डाटा है 27% ते आ गया है, इट मीनस मेरे को एक लॉजिक है, क्योंकि मैं किसी कंपनी या किसी नैशनल सर्वे कंपनी द्वारा जिहड़ा डाटा कलैक्ट किया गया है उहदे आधार ते ही सरकार दी सामने अपनी प्रतिक्रिया नूं की कर रहे हैं, पेश कर रहे हैं। उहदे पिछे मेरे कोल ना कोई लॉजिक है। ठीक है, बिना लॉजिक तो, बिना डेटे तो या बिना फैक्ट्स तो अगर जो सरकार के सामने आप रोज़ की रोज़ डिमांड्स रखी जाइए तो डिमांड है जी कदे लोकमत नहीं हो सकती। और कुछ अजिहे विचार भी होंदे ने जिहदा बेनीफिट सिर्फ कल्ला एक सोसाइटी के भाग नूं मिले, वो भी साडा लोकमत नहीं होएगा। उहदे पिछे कोई ना कोई लॉजिक का होना बहुत जरूरी है। इस तो बाद साडे कोल सैकेंड पॉइंट है कि जिहड़ा लोकमत है ये सर्वव्यापक होना चाहिए। लोकमत सर्वव्यापक हुंदा है। सर्वव्यापक का मतलब हुंदा है कि इहदे विच जिहड़ा जनता की जिहड़ी राय है वो सर्वव्यापक रूप का मतलब यह है कि सारे देश के लोगों को उसका बेनीफिट होना चाहिए। ये नहीं कि तुसी सिर्फ हिंदू समाज वास्ते कुछ अजिहियां मंगां या प्रतिक्रियावां पेश करो जिहदे नाल सिर्फ कल्ला हिंदू धर्म का ही बेनीफिट होवे या किसी पर्टिकुलर जाति का होवे या किसी पर्टिकुलर नस्ल का ही बेनीफिट होवे। तो लोगों के विचार अजिहे होने चाहिए ने जिहदे विच हरेक धर्म, हरेक जाति, हरेक नस्ल और हरेक भाषावादी जिहड़े लोग ने उन्हां सब दा बराबर विकास होना चाहिए। ये नहीं कि सिर्फ तुसी किसी पर्टिकुलर धर्म नूं लैके अपना लोकमत पेश करता, तुसी उहनूं लोकमत कहोगे नहीं, क्योंकि इहदा बेनीफिट स्पैसीफिकली किसी एक धर्म नूं हो रहा या किसी एक पर्टिकुलर जाति नूं हो रहा या पर्टिकुलर एक नस्ल नूं हो रहा। तो लोकमत अजिहा होवे जिहदे विच कोई जाति, धर्म, नस्ल, भाषा ये चीज़ां मैटर ना करन, सगों भारत विच रहण वाले हरेक देश के नागरिक दा इस दे विच की होवे लाभ होवे। नहीं तो असीं उसनूं कदे भी लोकमत नहीं कहांगे। लोकमत हमेशा की हुंदा सर्व व्यापक हुंदा है। तीसरा पॉइंट इस तो बाद यह नैतिक पद्धरां दे अनुकूल होवे। नैतिक पद्धरां दे अनुकूल होवे, ये साडा तीसरा पॉइंट है। हुण नैतिक पद्धरां दे अनुकूल होने का मतलब यह है कि जदों भी जनता अपनी राय पेश करती है लोकमत के रूप दे विच तां उस दे विच किसी प्रकार की अहिंसा ते आधारित होवे, उहदे विच किसी प्रकार की हिंसा नहीं होनी चाहिए। नैतिक पक्ष तो लोगों का मानसिक पद्धर उपर चकना ही लोकमत का मेन टारगेट हुंदा है कि लोग जदों भी सरकार के प्रति अपनी प्रतिक्रिया देण तो वह प्रतिक्रिया अजिही होनी चाहिए है जो मॉरल वैल्यूज़ के उपर होवे। क्योंकि जदों सोसाइटी के अंदर मॉरल वैल्यू इनक्रीज़ हुंदियां ने, नैतिकता का पद्धर लोगों के विच वधदा है तो सोसाइटी है जिहड़ी वो अपने आप विकास करती है। जद तक साडे देश के लोगों के अंदर मॉरल वैल्यूज़ नहीं होणगियां उदों तक असी सोसाइटी नूं अगे लैके नहीं जा सकते। तो लोगों की राय अजिही होनी चाहिए है जिस दे विच आधार की होवे मॉरल वैल्यूज़। इस तो बाद चौथा पॉइंट है लक्षण दे विच व्यापक सहमति। व्यापक सहमति का मतलब होंदा है कि जदों भी आम जनता किसी प्रकार की जिहड़ी राय पेश करती है उसनूं सारे लोग की करन, प्रवान करन, उसनूं सहमति देण कि जो भी विचार पेश किए गए हैं या जो भी प्रतिक्रिया दी गई है उस दे नाल सारे ही एग्री होण। ये ना होवे कि समाज के कुछ लोग तो उस चीज़ नाल एग्री ने, बाकी उस गल का की कर रहे हैं, विरोध कर रहे हैं। तो टॉपिक लोकमत दे विच अजिहा होवे जिसनूं सारे लोग एग्री करना। ये ना हो कि समाज के कुछ लोग तो एग्री कर रहे हैं लेकिन कुछ उहदे ही विरोध दे विच बैठे हैं, तो अजिही राय नूं असीं कदे भी लोकमत नहीं कहांगे। इस तो बाद है
ਘੱਟ ਗਿਣਤੀਆਂ ਵੱਲੋਂ ਸਵੀਕਾਰ, ਘੱਟ ਗਿਣਤੀ ਵੱਲੋਂ ਜਾਂ ਗਿਣਤੀ ਵਾਲਿਆਂ ਵੱਲੋਂ ਸਵੀਕਾਰ। ਔਰ ਲੋਕਾਂ ਦੀ ਰਾਏ ਅਜਿਹੀ ਹੋਣੀ ਚਾਹੀਦੀ ਹੈ ਜਿਸ ਨੂੰ ਦੇਸ਼ ਦੇ ਵਿੱਚ ਜਿਹੜੇ ਘੱਟ ਗਿਣਤੀ 'ਚ ਲੋਕ ਰਹਿ ਰਹੇ ਨੇ ਉਹ ਵੀ ਕੀ ਕਰਨ, ਐਕਸੈਪਟ ਕਰਨ। ਜੇਕਰ ਮੰਨ ਲਓ ਕਿ ਘੱਟ ਗਿਣਤੀ ਵਾਲੇ ਲੋਕ ਉਸ ਰਾਏ ਨੂੰ ਐਕਸੈਪਟ ਨਹੀਂ ਕਰਦੇ ਤਾਂ ਉਸਨੂੰ ਅਸੀਂ ਲੋਕ ਮਤ ਦੀ ਜਗ੍ਹਾ 'ਤੇ ਬਹੁਮਤ ਆਖਾਂਗੇ, ਕਿਉਂਕਿ ਇਹਦੇ ਵਿੱਚ ਜ਼ਿਆਦਾ ਲੋਕਾਂ ਨੇ ਆਪਣੇ ਫੇਵਰ ਵਾਸਤੇ, ਜਿਨ੍ਹਾਂ ਦੀ ਗਿਣਤੀ ਦੇਸ਼ 'ਚ ਜ਼ਿਆਦਾ ਹੈ, ਉਹ ਆਪਣੇ ਫੇਵਰ 'ਚ ਰੂਲ ਬਣਾ ਰਹੇ ਨੇ, ਜਦਕਿ ਉਹ ਘੱਟ ਗਿਣਤੀ ਵਾਲੇ ਉਸ ਰੂਲ ਨੂੰ ਕੀ ਨਹੀਂ ਕਰ ਰਹੇ, ਐਕਸੈਪਟ ਨਹੀਂ ਕਰ ਰਹੇ। ਤਾਂ ਅਜਿਹੇ ਵਿਚਾਰ ਜਿਹਦੇ ਵਿੱਚ ਘੱਟ ਗਿਣਤੀਆਂ ਵੱਲੋਂ ਉਸ ਰਾਏ ਨੂੰ ਐਕਸੈਪਟ ਨਹੀਂ ਕੀਤਾ ਜਾਂਦਾ ਤਾਂ ਉਸ ਨੂੰ ਅਸੀਂ ਬਹੁਮਤ ਕਹਿੰਦੇ ਹਾਂ। ਪਰ ਜੇਕਰ ਘੱਟ ਗਿਣਤੀ ਵਾਲੇ ਵੀ ਉਸ ਰਾਏ ਨੂੰ ਕੀ ਕਰਦੇ ਆ, ਸਵੀਕਾਰ ਕਰਦੇ ਆ, ਤਾਂ ਉਸ ਨੂੰ ਅਸੀਂ ਫਿਰ ਬਹੁਮਤ ਦੀ ਜਗ੍ਹਾ 'ਤੇ ਕੀ ਆਖਦੇ ਹਾਂ, ਲੋਕ ਮਤ। ਇਸ ਤੋਂ ਬਾਅਦ ਨੈਕਸਟ ਟੌਪਿਕ ਐਸੇ ਦਾ ਸਬ ਟੌਪਿਕ ਲੋਕ ਮਤ ਦੇ ਪ੍ਰਗਟਾਵੇ ਦੇ ਸਾਧਨ। ਕਿ ਜਿਹੜੀ ਆਮ ਜਨਤਾ ਹੈ ਉਹ ਆਪਣੀ ਰਾਏ ਨੂੰ ਰਾਜਨੀਤਿਕ ਪਾਰਟੀਆਂ ਤੱਕ ਜਾਂ ਸਰਕਾਰਾਂ ਤੱਕ ਕਿਸ ਤਰੀਕੇ ਨਾਲ ਪੇਸ਼ ਕਰਦੀਆਂ ਨੇ। ਹੁਣ ਤੁਹਾਡੇ ਕਿਸੇ ਤਰ੍ਹਾਂ ਦੇ ਵੀ ਵਿਚਾਰ ਨੇ, ਤੁਸੀਂ ਆਮ ਜਨਤਾ ਦੇ ਵਿੱਚ ਰਹਿੰਦੇ ਹੋ, ਤਾਂ ਤੁਸੀਂ ਆਪਣੀਆਂ ਮੰਗਾਂ ਸਰਕਾਰ ਤੱਕ ਕਿਵੇਂ ਪੇਸ਼ ਕਰੋਗੇ, ਉਸ 'ਤੇ ਕਿਹੜੇ ਮੈਥਡਸ ਨੇ, ਉਹਨਾਂ ਬਾਰੇ ਅਸੀਂ ਇਸ ਟੌਪਿਕ 'ਚ ਚਰਚਾ ਕਰਾਂਗੇ। ਤਾਂ ਸਭ ਤੋਂ ਪਹਿਲਾ ਤਰੀਕਾ ਹੈਗਾ ਜਨਤਕ ਸਭਾਵਾਂ। ਜਨਤਕ ਸਭਾਵਾਂ ਦਾ ਮਤਲਬ ਆਮ ਜਨਤਾ ਜਦੋਂ ਰਾਜਨੀਤਿਕ ਪਾਰਟੀਆਂ ਦੇ ਨਾਲ ਮਿਲ ਕੇ ਕਿਸੇ ਪ੍ਰਕਾਰ ਦੀ ਮੀਟਿੰਗਾਂ ਕਰਦੀ ਹੈ। ਪਾਰਟੀਆਂ ਬੇਸਿਕਲੀ ਦੋ ਤਰੀਕੇ ਦੀਆਂ ਨੇ, ਇੱਕ ਤਾਂ ਹੁੰਦੀ ਹੈ ਸ਼ਾਸਕ ਪਾਰਟੀ ਜਿਸ ਨੂੰ ਅਸੀਂ ਸ਼ਾਸਕ ਦਲ ਬੋਲਦੇ ਹਾਂ, ਔਰ ਦੂਸਰਾ ਹੈਗਾ ਸਾਡੇ ਕੋਲ ਵਿਰੋਧੀ ਪਾਰਟੀ ਜਿਸ ਨੂੰ ਅਸੀਂ ਬੋਲਦੇ ਹਾਂ ਵਿਰੋਧੀ ਦਲ। ਜਿਵੇਂ ਹੁਣ ਸ਼ਾਸਕ ਦਲ ਭਾਰਤ ਦੇ ਵਿੱਚ ਕੌਣ ਹੈ, NDA ਹੈ, ਯਾਨੀ ਕਿ BJP ਨਾਲ ਜਿਨ੍ਹਾਂ ਪਾਰਟੀਆਂ ਦਾ ਗਠਬੰਧਨ ਹੈ ਉਹ ਸਾਡਾ ਸ਼ਾਸਕ ਦਲ ਹੈ। ਔਰ ਜਿਹੜੀ ਵਿਰੋਧੀ ਪਾਰਟੀਆਂ ਨੇ ਉਹਦੇ ਵਿੱਚ UPA ਸਰਕਾਰ ਦੀਆਂ ਜਿਹੜੀਆਂ ਪਾਰਟੀਆਂ ਨੇ, ਜਿਹਦੇ ਵਿੱਚ ਕਾਂਗਰਸ ਹੈ, CPI ਹੈ, ਬਹੁਤ ਸਾਰੀ ਜਿਹੀਆਂ ਪਾਰਟੀਆਂ ਜੋ ਹਾਰੀਆਂ ਹੋਈਆਂ ਪਾਰਟੀਆਂ ਨੇ ਇਲੈਕਸ਼ਨ ਦੇ ਵਿੱਚ, ਉਹ ਸਾਰੀਆਂ ਵਿਰੋਧੀ ਪਾਰਟੀਆਂ ਨੇ। ਹੁਣ ਇਹ ਜਦੋਂ ਵਿਰੋਧੀ ਪਾਰਟੀਆਂ ਆਮ ਜਨਤਾ ਦੇ ਕੰਟੈਕਟ 'ਚ ਆਉਂਦੀਆਂ ਨੇ, ਕਿਸੇ ਏਰੀਆ 'ਚ ਜਾਂਦੀਆਂ ਨੇ, ਸਪੋਜ਼ ਕਰੋ ਪਿੰਡਾਂ ਦੇ ਵਿੱਚ ਜਾਂਦੀਆਂ ਜਾਂ ਸ਼ਹਿਰਾਂ 'ਚ ਪ੍ਰਚਾਰ ਕਰਨ ਵਾਸਤੇ ਜਾਂਦੀਆਂ ਨੇ, ਤਾਂ ਉਸ ਸਮੇਂ ਇਹਨਾਂ ਦਾ ਆਮ ਜਨਤਾ ਦੇ ਨਾਲ ਵਾਹ ਪੈਂਦਾ ਹੈ। ਔਰ ਜਿਹੜਾ ਸ਼ਾਸਕ ਦਲ ਹੁੰਦਾ ਉਹ ਹਮੇਸ਼ਾ ਆਪਣੀਆਂ ਜਿਹੜੀਆਂ ਉਪਲਬਧੀਆਂ ਨੇ, ਉਹਨਾਂ ਦੀ ਸਰਕਾਰ ਦੇ ਸਮੇਂ ਕਿਹੜੇ ਕੰਮ ਹੋਏ ਨੇ, ਉਹ ਸਾਰੀਆਂ ਉਪਲਬਧੀਆਂ ਨੂੰ ਗਿਣਾਉਂਦੇ ਹੈ। ਜਦਕਿ ਜਿਹੜੀ ਵਿਰੋਧੀ ਪਾਰਟੀ ਹੈ ਇਹਦਾ ਕੰਮ ਕੀ ਹੁੰਦਾ ਹੈ ਕਿ ਜਿਹੜੀ ਵੀ ਸਰਕਾਰ ਇਸ ਸਮੇਂ ਸ਼ਾਸਨ ਦੇ ਵਿੱਚ ਹੈ ਜਾਂ ਸ਼ਾਸਕ ਦਲ ਹੈ ਉਸ ਦੀ ਆਲੋਚਨਾ ਕਰਦੀ ਹੈ ਕਿ ਉਹਨਾਂ ਨੇ ਇਹ ਕੰਮਾਂ ਦੇ ਵਿੱਚ ਗੜਬੜ ਕੀਤੀ ਹੈ ਜਾਂ ਜੋ ਸਰਕਾਰ ਗਿਣਾ ਰਹੀ ਹੈ ਉਹਦੇ ਵਿੱਚ ਇੱਥੇ ਕਮੀਆਂ ਨੇ। ਤਾਂ ਵਿਰੋਧੀ ਧਿਰ ਦਾ ਕੰਮ ਹੁੰਦਾ ਆਲੋਚਨਾ ਕਰਨਾ ਅਤੇ ਸ਼ਾਸਕ ਦਲ ਦਾ ਕੰਮ ਹੁੰਦਾ ਆਪਣੀ ਉਪਲਬਧੀਆਂ ਨੂੰ ਗਿਣਾਉਣਾ। ਜਿਵੇਂ ਕਿ UP ਦੇ ਵਿੱਚ ਜਿਹੜੀ ਅਖਿਲੇਸ਼ ਸਰਕਾਰ ਹੈ ਉਹ ਯੋਗੀ ਸਰਕਾਰ ਦੀਆਂ ਕਮੀਆਂ ਕੱਢ ਰਹੀ ਹੈ, ਜਦਕਿ ਯੋਗੀ ਸਰਕਾਰ ਇਹ ਗਿਣਾ ਰਹੀ ਹੈ ਕਿ ਉਹਦੇ ਟਾਈਮ ਦੇ ਵਿੱਚ 5 ਸਾਲ ਦੇ ਵਿੱਚ ਕੀ ਕੁਛ ਹੋਇਆ। ਤਾਂ ਇਹ ਆਮ ਜਨਤਾ ਦੇ ਵਿਚਕਾਰ ਜਾ ਕੇ ਜਿਹੜੀਆਂ ਪਾਰਟੀਆਂ ਨੇ ਉਹ ਸਭਾ ਕਰਦੀਆਂ ਨੇ, ਆਮ ਜਨਤਾ ਦੇ ਨਾਲ ਮੀਟਿੰਗਾਂ ਕਰਦੀਆਂ ਨੇ, ਅਤੇ ਉਹਨਾਂ ਆਮ ਜਨਤਾ ਦੇ ਵਿੱਚ ਹੀ ਬਹੁਤ ਸਾਰੇ ਜਿਹੜੇ ਪ੍ਰਸਤਾਵ ਨੇ ਉਹ ਪੇਸ਼ ਕੀਤੇ ਜਾਂਦੇ ਨੇ। ਸਮੂਹਿਕ ਰੂਪ ਦੇ ਵਿੱਚ ਜਿਹੜੇ ਲੋਕ ਨੇ ਉਹ ਇਕੱਠੇ ਹੋ ਕੇ ਆਪਣੀਆਂ ਮੰਗਾਂ ਨੇ ਜਿਹੜੀਆਂ ਉਹ ਪਾਰਟੀ ਦੇ ਸਾਹਮਣੇ ਰੱਖਦੇ ਨੇ, ਔਰ ਪਾਰਟੀ ਉਹਨਾਂ ਨੂੰ ਫਿਰ ਪ੍ਰੋਮਿਸ ਕਰਦੀ ਹੈ ਕਿ ਜਿਹੜੀਆਂ ਜਨਤਾ ਦੁਆਰਾ ਜਿਹੜੀਆਂ ਮੰਗਾਂ ਮੰਨੀਆਂ ਜਾ ਰਹੀਆਂ ਨੇ ਜਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਉਹ ਪਾਰਟੀ ਆਪਣੀ ਸਰਕਾਰ ਬਣਨ ਤੋਂ ਬਾਅਦ ਕੀ ਕਰੇਗੀ, ਸਵੀਕਾਰ ਕਰੇਗੀ। ਉਹਨਾਂ ਨੂੰ ਮੋਡਲਸ ਨੂੰ ਅਸੀਂ ਲਾਗੂ ਵੀ ਕਰਾਂਗੇ। ਤਾਂ ਅਜਿਹੀਆਂ ਜਿਹੜੀਆਂ ਮੰਗਾਂ ਪੇਸ਼ ਕਰਨ ਵਾਸਤੇ ਜਨਤਕ ਸਭਾਵਾਂ ਨੇ ਜਿਹੜੀਆਂ ਉਹ ਦੋਨੋਂ ਪਾਰਟੀਆਂ ਦੁਆਰਾ ਕੀਤੀਆਂ ਜਾਂਦੀਆਂ ਨੇ, ਵਿਰੋਧੀ ਦੁਆਰਾ ਵੀ ਅਤੇ ਸ਼ਾਸਕ ਦੁਆਰਾ ਵੀ। ਇਹ ਬਹੁਤ ਅੱਛਾ ਤਰੀਕਾ ਹੈ। ਜਿਸ ਸਮੇਂ ਵੀ ਇਲੈਕਸ਼ਨ ਹੁੰਦੇ ਨੇ ਜਾਂ ਕੋਈ MLA ਪਿੰਡ ਦੇ ਵਿੱਚ ਆਉਂਦਾ ਤਾਂ ਆਮ ਜਨਤਾ ਆਪਣੀ ਜਿਹੜੀ ਰਾਏ ਹੈ ਪਿੰਡ ਦੇ ਪ੍ਰਤੀ ਉਸ ਨੂੰ ਕਿਸੇ ਪ੍ਰਸਤਾਵ ਦੇ ਰਾਹੀਂ ਪਾਰਟੀਆਂ ਦੇ ਮੈਂਬਰਾਂ ਦੇ ਅੱਗੇ ਪੇਸ਼ ਕਰਦੀਆਂ ਨੇ। ਉਸ ਤੋਂ ਬਾਅਦ ਸੈਕਿੰਡ ਤਰੀਕਾ ਹੈਗਾ ਜਨਤਾ ਦੀ ਆਮ ਰਾਏ ਸਰਕਾਰ ਤੱਕ ਪਹੁੰਚਾਉਣ ਵਾਸਤੇ ਪ੍ਰੈਸ ਅਤੇ ਬਿਜਲੀ ਦੇ ਸੰਚਾਰ ਦੇ ਸਾਧਨ। ਪ੍ਰੈਸ ਦਾ ਮਤਲਬ ਹੁੰਦਾ ਹੈ ਅਖਬਾਰਾਂ, ਮੀਡੀਆ, ਠੀਕ ਹੈ। ਅਖਬਾਰਾਂ ਦੇ ਰਾਹੀਂ ਵੀ ਜਿਹੜੇ ਅਖਬਾਰ ਦੇ ਸੰਪਾਦਕ ਹੁੰਦੇ ਨੇ ਉਹ ਅਖਬਾਰ ਦੇ ਵਿੱਚ ਸਰਕਾਰਾਂ ਦੇ ਵਿਰੁੱਧ ਪ੍ਰਤੀਕਿਰਿਆ ਦਿੰਦੇ ਹੈ। ਆਮ ਜਨਤਾ ਤੋਂ ਪਹਿਲਾਂ ਜਿਹੜੇ ਸੰਪਾਦਕ ਹੁੰਦੇ ਨੇ, ਸੰਵਾਦਦਾਤਾ ਹੁੰਦੇ ਨੇ, ਉਹ ਰਾਏ ਇਕੱਠੀ ਕਰਦੇ ਆ, ਫਿਰ ਉਹਨਾਂ ਰਾਏਜ਼ ਨੂੰ ਹੀ ਜਿਹੜੀਆਂ ਵੀ ਲੋਕਾਂ ਦੇ ਰਾਏ ਹੁੰਦੇ ਨੇ ਉਹਨਾਂ ਨੂੰ ਸੰਪਾਦਕ ਨੇ ਜਿਹੜੀ ਉਹ ਆਪਣੀ ਅਖਬਾਰਾਂ ਦੇ ਵਿੱਚ ਕੀ ਕਰਦੇ ਆ, ਪ੍ਰਿੰਟ ਕਰਦੇ ਆ, ਔਰ ਜਿਹਦੇ ਨਾਲ ਜਿਹੜੀ ਇਹ ਅਖਬਾਰਾਂ ਨੇ ਉਹ ਸਰਕਾਰਾਂ ਤੱਕ ਪਹੁੰਚਦੀਆਂ ਨੇ। ਉਹਨਾਂ ਦੀ ਜਿਹੜੀ ਰਾਏ ਹੈ ਉਹਨਾਂ ਨੂੰ ਅਖਬਾਰਾਂ ਦੇ ਵਿੱਚ ਪੜ੍ਹਿਆ ਜਾਂਦਾ, ਜਨਤਾ ਇਸ ਨੂੰ ਲੈ ਕੇ ਅਵੇਅਰ ਵੀ ਹੁੰਦੀ ਹੈ ਅਤੇ ਉਹਨਾਂ ਮੁੱਦਿਆਂ ਦੇ ਉੱਪਰ ਉਹ ਸਰਕਾਰ ਤੋਂ ਸਵਾਲੀਆ ਨਿਸ਼ਾਨ ਵੀ ਲਗਾਉਂਦੀ ਹੈ, ਕੁਐਸਚਨ ਪੁੱਛਦੀ ਹੈ। ਇਸ ਤੋਂ ਇਲਾਵਾ ਬਿਜਲੀ ਦੇ ਸੰਚਾਰ ਦੇ ਸਾਧਨ ਜਿਹੜੇ ਸਾਡੇ ਇਲੈਕਟ੍ਰੋਨਿਕ ਮੀਡੀਆ ਹੈ ਟੋਟਲੀ, ਇਸ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਵੀ ਜਿਹੜੀ ਮੀਡੀਆ ਹੈ ਉਹ ਜਗ੍ਹਾ 'ਤੇ ਜਾ ਕੇ ਆਮ ਜਨਤਾ ਤੋਂ ਡੋਰ ਟੂ ਡੋਰ ਜਿਹੜੇ ਲੋਕਾਂ ਦੇ ਕੁਐਸਚਨਸ ਨੇ ਸਰਕਾਰ ਦੇ ਪ੍ਰਤੀ
ਉਹਨਾਂ ਨੂੰ ਪੁੱਛਦੀ ਹੈ ਅਤੇ ਉਹਨਾਂ ਨੂੰ ਫਿਰ ਮੀਡੀਆ ਦੇ ਵਿੱਚ ਦਿਖਾਇਆ ਜਾਂਦਾ ਅਤੇ ਸਰਕਾਰਾਂ ਇਸ ਚੀਜ਼ ਨੂੰ ਲੈ ਕੇ ਆਪਣੇ ਕੰਮਾਂ ਨੂੰ ਅੱਗੇ ਪ੍ਰਤੀਕਿਰਿਆ ਦਿੰਦੇ ਆ, ਆਪਣੇ ਪ੍ਰੋਗਰਾਮਸ ਨੇ ਜਿਹੜੇ ਉਹ ਤੈਅ ਕਰਦੀਆਂ ਨੇ। ਤਾਂ ਆਮ ਜਨਤਾ ਆਪਣੇ ਵਿਚਾਰਾਂ ਨੂੰ ਅਖਬਾਰਾਂ ਦੇ ਰਾਹੀਂ ਜਾਂ ਬਿਜਲੀ ਦੇ ਜਿਹੜੇ ਸੰਚਾਰ ਦੇ ਸਾਧਨ ਨੇ ਉਹਨਾਂ ਰਾਹੀਂ ਵੀ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਹੈ ਜਿਹੜਾ ਉਹ ਕਰਦੇ ਨੇ। ਫਿਰ ਇਸ ਤੋਂ ਬਾਅਦ ਤੀਸਰਾ ਸਾਧਨ ਲੋਕਾਂ ਕੋਲ ਹੈਗਾ ਰਾਜਨੀਤਿਕ ਦਲ। ਰਾਜਨੀਤਿਕ ਦਲ ਭਾਵੇਂ ਉਹ ਜੇਤੂ ਪਾਰਟੀ ਹੋਵੇ ਅਤੇ ਭਾਵੇਂ ਉਹ ਸ਼ਾਸਕ ਪਾਰਟੀ ਹੋਵੇ, ਇਹ ਸਾਰੀਆਂ ਪਾਰਟੀਆਂ ਹੀ ਆਪਣਾ ਜਿਹੜਾ ਇੱਕ ਮੈਨੀਫੈਸਟੋ ਨੇ ਉਹ ਜਾਰੀ ਕਰਦੀਆਂ ਨੇ। ਠੀਕ ਹੈ, ਮੈਨੀਫੈਸਟੋ ਦੇ ਵਿੱਚ ਜਿਹੜੀਆਂ ਵੀ ਲੋਕਾਂ ਦੀਆਂ ਜਿਹੜੀਆਂ ਡਿਮਾਂਡਸ ਹੁੰਦੀਆਂ ਨੇ ਉਸ ਇਲਾਕੇ ਦੇ ਲੋਕਾਂ ਦੀਆਂ, ਉਹਨਾਂ ਡਿਮਾਂਡਸ ਨੂੰ ਉਹ ਆਪਣੇ ਮੈਨੀਫੈਸਟੋ ਦੇ ਵਿੱਚ ਪਬਲਿਸ਼ ਕਰਦੀਆਂ ਨੇ। ਹਰੇਕ ਪਾਰਟੀ ਜਦੋਂ ਵੀ ਇਲੈਕਸ਼ਨ ਲੜਦੀ ਹੈ ਤਾਂ ਉਹ ਆਪਣੇ ਮੈਨੀਫੈਸਟੋ ਜਾਰੀ ਕਰਦੀ ਹੈ, ਜਿਸ ਨੂੰ ਅਸੀਂ ਬੋਲਦੇ ਹਾਂ ਚੋਣ ਮਨੋਰਥ ਪੱਤਰ। ਹੁਣ ਕੋਈ ਵੀ ਪਾਰਟੀ ਹੈ, ਹੁਣ ਜਿਵੇਂ ਇਲੈਕਸ਼ਨ ਹੋਏ ਨੇ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੀ ਪਾਰਟੀਆਂ ਨੇ ਆਪਣੇ ਚੋਣ ਮਨੋਰਥ ਪੱਤਰ ਜਾਰੀ ਕੀਤੇ ਨੇ। ਉਹਦੇ ਵਿੱਚ ਇਹ ਲਿਖਿਆ ਜਾਂਦਾ ਕਿ ਜਦੋਂ ਸਾਡੀ ਸਰਕਾਰ ਬਣੇਗੀ ਤਾਂ ਉਹ ਕਿਹੜੀਆਂ ਜਿਹੜੀਆਂ ਲੋਕਾਂ ਦੀ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਕੀ ਕਰ ਰਹੀ ਹੈ, ਪੂਰਾ ਕਰ ਰਹੀ ਹੈ। ਜਿਵੇਂ ਹੁਣ ਕੇਜਰੀਵਾਲ ਨੇ ਬੋਲਿਆ ਕਿ ਉਹ ਲੇਡੀਜ਼ ਨੂੰ 1000 ਰੁਪਏ ਪਰ ਮੰਥ ਜਿਹੜੀ ਉਹ 18 ਸਾਲ ਤੋਂ ਵੱਧ ਵਾਲੇ ਨੂੰ ਪੈਨਸ਼ਨ ਦੇਣਗੇ ਜਾਂ ਇੱਕ ਤਰ੍ਹਾਂ ਦਾ ਜਿਹੜਾ ਬੈਨੀਫਿਟ ਦੇਣਗੇ। ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਨੇ 1100 ਰੁਪਏ ਕਹਿਤੇ। ਅਲੱਗ-ਅਲੱਗ ਪਾਰਟੀਆਂ ਨੇ ਅਲੱਗ-ਅਲੱਗ ਵਾਅਦੇ ਕੀਤੇ ਨੇ। ਹੁਣ ਜਿਵੇਂ ਅਖਿਲੇਸ਼ ਯਾਦਵ ਨੇ ਆਪਣੇ ਚੋਣ ਮਨੋਰਥ ਪੱਤਰ 'ਚ ਕਿਹਾ ਕਿਹੜੀਆਂ ਕਿਸਾਨਾਂ ਦੀ ਸਮੱਸਿਆਵਾਂ ਨੇ, ਜਿਵੇਂ ਕਿ ਕਿਸਾਨਾਂ ਨੂੰ ਇਸ ਵਾਰ ਯੂਰੀਆ ਦੀ ਸਮੱਸਿਆ ਬਹੁਤ ਆਈ ਹੈ, DAP ਦੀ ਸਮੱਸਿਆ ਬਹੁਤ ਆਈ ਹੈ। ਤਾਂ ਉਹਨਾਂ ਨੇ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਇਸ ਸਮੱਸਿਆਵਾਂ ਨੂੰ ਪਹਿਲਾਂ ਸਮਝਿਆ ਅਤੇ ਉਸ ਤੋਂ ਬਾਅਦ ਇਸ ਨੇ ਆਪਣੇ ਮੈਨੀਫੈਸਟੋ 'ਚ ਲਿਖਿਆ ਕਿ ਅਸੀਂ ਹਰ ਮਹੀਨੇ ਕਿਸਾਨਾਂ ਨੂੰ 5 ਗੱਟੇ ਯੂਰੀਆ ਅਤੇ DAP ਜਿਹੜਾ ਉਹ ਫ੍ਰੀ ਦੇ ਵਿੱਚ ਪ੍ਰੋਵਾਈਡ ਕਰਾਂਗੇ। ਤਾਂ ਇਹ ਕੁਛ ਅਜਿਹੀਆਂ ਜਿਹੜੀਆਂ ਲੋਕਾਂ ਦੀਆਂ ਰਾਇਜ਼ ਨੇ, ਜੋ ਸਮੱਸਿਆਵਾਂ ਨੇ, ਉਹਨਾਂ ਨੂੰ ਫਿਰ ਰਾਜਨੀਤਿਕ ਪਾਰਟੀਆਂ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਲਾਗੂ ਕਰਦੀਆਂ ਨੇ, ਉਸ ਨੂੰ ਜਗ੍ਹਾ ਦਿੰਦੀਆਂ ਨੇ। ਹਾਲਾਂਕਿ ਉਹ ਵਾਅਦੇ ਪੂਰੇ ਹੋਣਗੇ ਜਾਂ ਨਹੀਂ ਹੋਣਗੇ ਉਹ ਬਾਅਦ ਦੀ ਗੱਲ ਹੈ, ਲੇਕਿਨ ਆਮ ਜਨਤਾ ਦੀ ਜਿਹੜੀ ਸਮੱਸਿਆਵਾਂ ਨੂੰ ਸੁਣ ਕੇ ਹੀ ਕੋਈ ਵੀ ਪਾਰਟੀ ਆਪਣਾ ਜਿਹੜਾ ਚੋਣ ਮਨੋਰਥ ਪੱਤਰ ਉਸ ਨੂੰ ਕੀ ਕਰਦੀ ਹੈ, ਜਾਰੀ ਕਰਦੀ ਹੈ। ਇਸ ਤੋਂ ਬਾਅਦ ਚੌਥਾ ਸਾਧਨ ਹੈਗਾ ਰਾਜਨੀਤਿਕ ਸਾਹਿਤ। ਰਾਜਨੀਤਿਕ ਸਾਹਿਤ ਜਿਵੇਂ ਕਿ ਹਰੇਕ ਦੇਸ਼ ਦੇ ਇਤਿਹਾਸ ਦਾ ਇੱਕ ਲਿਟਰੇਚਰ ਹੁੰਦਾ ਹੈ, ਇੱਕ ਹਿਸਟਰੀ ਹੁੰਦੀ ਹੈ, ਇਸੇ ਤਰੀਕੇ ਨਾਲ ਪੋਲੀਟੀਕਲ ਦੇ ਵਿੱਚ ਵੀ ਜਿਹੜੇ ਨੇਤਾ ਨੇ ਉਹਨਾਂ ਦਾ ਇੱਕ ਲਾਈਫ ਸਕੈਚ ਹੁੰਦਾ ਹੈ ਅਤੇ ਉਹਨਾਂ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀਆਂ ਬੁੱਕਸ ਨੇ ਉਹ ਛਾਪੀਆਂ ਜਾਂਦੀਆਂ ਨੇ। ਠੀਕ ਹੈ, ਹੁਣ ਜਿਵੇਂ ਸਾਡੇ ਪ੍ਰਾਈਮ ਮਿਨਿਸਟਰ ਸੀ ਡਾਕਟਰ ਮਨਮੋਹਨ ਸਿੰਘ, ਉਹਨਾਂ ਦੇ ਉੱਪਰ ਇੱਕ ਪਿਕਚਰ ਬਣੀ ਸਾਇਲੈਂਟ PM। ਠੀਕ ਹੈ, ਇਸੇ ਤਰੀਕੇ ਨਾਲ ਮੋਦੀ ਦੇ ਉੱਪਰ ਬਹੁਤ ਸਾਰੀਆਂ ਪੁਸਤਕਾਂ ਨੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੁਆਰਾ ਲਿਖੀਆਂ ਗਈਆਂ ਨੇ। ਅਤੇ ਜਿਹੜੇ ਵੀ ਸਾਹਿਤਕਾਰ ਨੇ ਸਰਕਾਰੀ ਵਿਭਾਗ ਦੇ ਬੰਦੇ ਨੇ ਜਿਨ੍ਹਾਂ ਨੂੰ ਲਿਖਣ ਦਾ ਸ਼ੌਂਕ ਹੈ, ਤਾਂ ਸਰਕਾਰੀ ਵਿਭਾਗ ਦੇ ਜਿਹੜੇ ਬੰਦੇ ਨੇ ਉਹ ਹਰ ਮਹੀਨੇ ਜਾਂ ਕੁਛ ਸਮੇਂ ਦੇ ਬਾਅਦ ਜਿਹੜੀਆਂ ਸਰਕਾਰ ਦੇ ਅੰਦਰ ਗਤੀਵਿਧੀਆਂ ਹੋਈਆਂ ਨੇ, ਕਿਸੇ ਸਰਕਾਰ ਦੇ ਸਮੇਂ ਕੋਈ ਸਪੈਸ਼ਲ ਇਵੈਂਟ ਹੋਇਆ, ਕੋਈ ਗੋਧਰਾ ਕਾਂਡ ਹੋਇਆ ਜਾਂ ਕਿਸੇ ਪ੍ਰਕਾਰ ਦੇ ਵੀ ਹੁਣ NRC ਦਾ ਰੌਲਾ ਪਿਆ, CA ਦਾ ਰੌਲਾ ਪਿਆ, ਤਾਂ ਉਹਦੇ ਉੱਤੇ ਸਰਕਾਰੀ ਵਿਭਾਗ ਦੁਆਰਾ ਪਰਸਨਲੀ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਨੇ ਉਹ ਛਾਪੀਆਂ ਜਾਂਦੀਆਂ ਨੇ। ਕਿਸੇ ਗੌਰਮੈਂਟ ਦੀ ਤਾਰੀਫ ਦੇ ਵਿੱਚ ਵੀ ਹੋ ਸਕਦੀਆਂ ਨੇ। ਉਹਦੇ ਉੱਤੇ ਬਹੁਤ ਸਾਰੀ ਕਿਤਾਬਾਂ ਅਜਿਹੀਆਂ ਮਿਲਣਗੀਆਂ ਜੋ ਸਰਕਾਰ ਦੀ ਆਲੋਚਨਾ ਵੀ ਕਰਦੀਆਂ ਨੇ। ਠੀਕ ਹੈ, ਤਾਂ ਅਜਿਹੀਆਂ ਕਿਤਾਬਾਂ ਨੂੰ ਪੜ੍ਹ ਕੇ ਹੀ ਜਿਹੜੇ ਲੋਕ ਨੇ ਉਹ ਆਪਣੀ ਰਾਏ ਨੂੰ ਤਿਆਰ ਕਰਦੇ ਨੇ। ਤਾਂ ਇਹ ਵੀ ਇੱਕ ਚੰਗਾ ਸਾਧਨ ਹੈ ਕਿ ਜਿਹੜੀ ਰਾਜਨੀਤੀ ਦੇ ਉੱਤੇ ਜਿਹੜੀਆਂ ਕਿਤਾਬਾਂ ਲਿਖੀਆਂ ਜਾਂਦੀਆਂ ਨੇ ਜਾਂ ਥੀਸਿਸ ਲਿਖੇ ਜਾਂਦੇ ਆ, ਕੋਈ ਰਸਾਲੇ ਲਿਖੇ ਜਾਂਦੇ ਆ ਜਾਂ ਮੈਗਜ਼ੀਨਸ ਆਉਂਦੀਆਂ ਨੇ, ਇਹਨਾਂ ਸਾਰੀਆਂ ਨੂੰ ਪੜ੍ਹ ਕੇ ਜਿਹੜੀ ਜਨਤਾ ਹੈ ਉਹ ਆਪਣੀ ਰਾਏ ਨੂੰ ਪੇਸ਼ ਕਰਦੀ ਹੈ। ਫਿਰ ਉਸ ਤੋਂ ਬਾਅਦ ਇੱਕ ਸਾਧਨ ਹੈ ਸਾਡੇ ਕੋਲ ਸਿਨੇਮਾ। ਹੁਣ ਸਿਨੇਮਾ ਦੇ ਵਿੱਚ ਬਹੁਤ ਸਾਰੀ ਜਿਹੜੀ ਪਿਕਚਰਸ ਜਾਂ ਜਿਹੜੀਆਂ ਮੂਵੀਜ਼ ਨੇ ਉਹ ਚੱਲਦੀਆਂ ਨੇ ਔਰ ਇਹਨਾਂ ਜਿਹੜਾ ਮੂਵੀਜ਼ ਦਾ ਕੋਈ ਨਾ ਕੋਈ ਪਰਟੀਕੂਲਰ ਥੀਮ ਹੁੰਦਾ ਹੈ ਔਰ ਥੀਮ ਦੇ ਬੇਸ ਦੇ ਉੱਤੇ ਹੀ ਜਿਹੜੀ ਪਿਕਚਰ ਉਹ ਤਿਆਰ ਕੀਤੀ ਜਾਂਦੀ ਹੈ। ਠੀਕ ਹੈ, ਫੋਰ ਐਗਜ਼ਾਮਪਲ ਤੁਹਾਨੂੰ ਇੰਡੀਆ ਦੇ ਵਿੱਚ ਬਹੁਤ ਸਾਰੀ ਪਿਕਚਰਸ ਅਜਿਹੀਆਂ ਮਿਲਣਗੀਆਂ ਜੋ ਕਿ ਭਰੂਣ ਹੱਤਿਆ ਦੇ ਉੱਤੇ ਹੈ, ਫੀਮੇਲ ਫਰਟੀਸਾਈਡਸ ਦੇ ਉੱਤੇ ਹੈ। ਬਹੁਤ ਸਾਰੀਆਂ ਪਿਕਚਰਸ ਤੁਹਾਨੂੰ ਇੰਡੀਆ 'ਚ ਅਜਿਹੀਆਂ ਮਿਲਣਗੀਆਂ ਜੋ ਦਾਜ ਦੇ ਉੱਪਰ ਲਿਖੀਆਂ ਗਈਆਂ ਨੇ ਜਾਂ ਬਣਾਈਆਂ ਗਈਆਂ ਨੇ। ਇਸੇ ਤਰੀਕੇ ਨਾਲ ਹੁਣ ਜਿਹੜੀ ਇੱਕ ਪਿੱਛੇ ਫਿਲਮ ਜਿਹੜੀ ਕਾਫੀ ਚਰਚਾ 'ਚ ਰਹੀ ਹੈ ਪੁਸ਼ਪਾ। ਠੀਕ ਹੈ, ਤਾਂ ਇਹ ਵੀ ਇੱਕ ਡਾਕੂਮੈਂਟਰੀ ਪਿਕਚਰ ਸੀ ਜਿਹਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਜਿਹੜੀ ਚੰਦਨ ਦੀ ਜਿਹੜੀ ਲਾਲ ਲੱਕੜੀ ਹੈ ਉਹਦੇ ਉੱਤੇ ਕਿਵੇਂ ਤਸਕਰੀ ਕੀਤੀ ਗਈ ਹੈ। ਤਾਂ ਇਹਦੇ ਨਾਲ ਜਿਹੜੀ ਆਮ ਜਨਤਾ ਹੈ ਇਹਨਾਂ ਡਾਕੂਮੈਂਟਰੀ ਪਿਕਚਰਸ ਨੂੰ ਜਾਂ ਕਿਸੇ ਸਪੈਸ਼ਲ ਥੀਮ ਬੇਸਡ ਮੂਵੀਜ਼ ਨੂੰ ਦੇਖ ਕੇ ਆਪਣੀ ਜਿਹੜੀ ਰਾਏ ਹੈ ਉਸ ਨੂੰ ਤਿਆਰ ਕਰਦੇ ਨੇ। ਉਹ ਫਿਲਮ ਦੇ ਵਿੱਚ ਪ੍ਰੋਪਰਲੀ ਦੱਸਿਆ ਜਾਂਦਾ ਹੈ ਕਿ ਕਿਸ ਤਰੀਕੇ ਨਾਲ ਜਿਹੜੀ ਸਰਕਾਰਾਂ ਨੇ ਦੂਜੇ ਲੋਕਾਂ ਨਾਲ, ਆਮ ਜਨਤਾ ਨਾਲ ਮਿਲ ਕੇ ਕਿਸ ਤਰੀਕੇ ਨਾਲ ਘੁਟਾਲੇ ਕੀਤੇ ਨੇ। ਕੋਈ ਸਪੈਸ਼ਲ ਕਰਪਸ਼ਨ ਦੇ ਉੱਤੇ ਬਹੁਤ ਸਾਰੀ ਮੂਵੀਜ਼ ਇੰਡੀਆ ਦੇ ਵਿੱਚ ਬਣੀਆਂ ਹੋਈਆਂ ਨੇ। ਠੀਕ ਹੈ, ਜੁਡੀਸ਼ਰੀ ਦੇ ਉੱਪਰ ਬਹੁਤ ਸਾਰੀ ਪਿਕਚਰਸ ਇੰਡੀਆ 'ਚ ਬਣੀਆਂ ਹੋਈਆਂ ਨੇ। ਤਾਂ ਇਸ ਤਰੀਕੇ ਨਾਲ ਅਲੱਗ-ਅਲੱਗ ਜਿਹੜੇ ਸਮਾਜ ਦੀਆਂ ਪ੍ਰੋਬਲਮਸ ਨੇ ਉਹਨਾਂ ਦੇ ਵਿੱਚ ਜਿਹੜੀ ਥੀਮ ਤਿਆਰ ਕਰਕੇ ਜਿਹੜੀਆਂ ਮੂਵੀਜ਼ ਬਣਾਈਆਂ ਜਾਂਦੀਆਂ ਨੇ, ਜਿਨ੍ਹਾਂ ਨੂੰ ਦੇਖ ਕੇ ਔਰ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਮੂਵੀਜ਼ ਖਾਸ ਕਰਕੇ ਬਣਦੀਆਂ ਨੇ ਉਹ ਕਰਪਸ਼ਨ ਦੇ ਉੱਤੇ ਬਹੁਤ ਮੂਵੀਜ਼ ਬਣੀਆਂ ਹੋਈਆਂ ਨੇ, ਘੁਟਾਲਿਆਂ ਦੇ ਉੱਪਰ। ਇਹਨਾਂ ਮੂਵੀਜ਼ ਨੂੰ ਦੇਖ ਕੇ ਜਿਹੜੀ ਆਮ ਜਨਤਾ ਹੈ
ਉਹ ਸਰਕਾਰ ਦੇ ਪ੍ਰਤੀ ਆਪਣੀ ਜਿਹੜੀ ਰਾਏ ਹੈ ਉਸ ਨੂੰ ਪੇਸ਼ ਕਰਦੀ ਹੈ। ਫਿਰ ਇਸ ਤੋਂ ਬਾਅਦ ਹੈ ਵਿੱਦਿਅਕ ਸੰਸਥਾਵਾਂ, ਐਜੂਕੇਸ਼ਨਲ ਇੰਸਟੀਟਿਊਸ਼ਨਸ। ਹੁਣ ਜਿੰਨੇ ਵੀ ਸਿੱਖਿਆ ਦੇ ਅਦਾਰੇ ਨੇ, ਚਾਹੇ ਉਹਦੇ ਵਿੱਚ ਸਕੂਲ ਹੈ, ਚਾਹੇ ਉਹਦੇ ਵਿੱਚ ਕਾਲਜ ਹੈ, ਚਾਹੇ ਉਹ 'ਚ ਯੂਨੀਵਰਸਿਟੀ ਹੈ, ਜਿੰਨੇ ਵੀ ਸਿੱਖਿਆ ਦੇ ਅਧਿਕਾਰੀ ਨੇ, ਇਹਨਾਂ ਵਿੱਚ ਜਿਹੜੇ ਪੜ੍ਹਾਉਣ ਵਾਲੇ ਪ੍ਰੋਫੈਸਰਸ ਨੇ, ਲੈਕਚਰਾਰਸ ਨੇ ਜਾਂ ਟੀਚਰਸ ਨੇ, ਉਹ ਵੀ ਸਟੂਡੈਂਟਸ ਨੂੰ ਅਵੇਅਰ ਕਰਦੇ ਹੈ ਕਿ ਕਿਸ ਤਰੀਕੇ ਨਾਲ ਜਿਹੜੀ ਸੁਸਾਇਟੀ ਦੇ ਅੰਦਰ ਜਿਹੜਾ ਕਰਪਸ਼ਨ ਹੈ। ਬੁੱਕਸ ਦੇ ਵਿੱਚ ਬਹੁਤ ਸਾਰੇ ਤੁਹਾਨੂੰ ਅਜਿਹੇ ਟੌਪਿਕ ਮਿਲਣਗੇ ਜੋ ਡਬਰੀ ਦੇ ਉੱਪਰ ਲਿਖੇ ਗਏ ਨੇ, ਕੋਈ ਕਹਾਣੀ ਲਿਖੀ ਗਈ ਹੈ ਦਾਜ ਦੇ ਉੱਪਰ ਲਿਖੀ ਗਈ ਹੈ, ਕੋਈ ਸਮੱਸਿਆ ਸਮਾਜ ਦੇ ਵਿੱਚ ਭ੍ਰਿਸ਼ਟਾਚਾਰ ਹੈ, ਗਰੀਬੀ ਹੈ, ਅਨਪੜ੍ਹਤਾ ਹੈ। ਇਹਦਾ ਅਜਿਹਾ ਬਹੁਤ ਸਾਰਾ ਡਾਟਾ ਸੀ ਨੋਰਮਲੀ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀ ਲੈਵਲ 'ਤੇ ਸਿਲੇਬਸ ਦੇ ਵਿੱਚ ਪੜ੍ਹਦੇ ਹਾਂ। ਔਰ ਇਹਨਾਂ ਚੀਜ਼ਾਂ ਨੂੰ ਪੜ੍ਹ ਕੇ ਬੱਚੇ ਨੇ ਜਿਹੜੇ ਉਹ ਮੋਟੀਵੇਟ ਹੁੰਦੇ ਨੇ ਕਿ ਅਸੀਂ ਦੇਸ਼ ਦੇ ਵਿੱਚੋਂ ਜਿਹੜੀਆਂ ਇਹ ਕਮੀਆਂ ਨੇ ਜਿਨ੍ਹਾਂ ਦੇ ਉੱਪਰ ਅਸੀਂ ਲੈਸਨ ਪੜ੍ਹ ਰਹੇ ਹਾਂ, ਇਹਨਾਂ ਕਮੀਆਂ ਨੂੰ ਦੂਰ ਕਰਨਾ ਹੈ ਔਰ ਅਸੀਂ ਪੜ੍ਹ ਲਿਖ ਕੇ ਦੇਸ਼ ਦੇ ਅੰਦਰ ਇੱਕ ਅੱਛੇ ਨਾਗਰਿਕ ਬਣਾਂਗੇ ਔਰ ਦੇਸ਼ ਦੀਆਂ ਕਮੀਆਂ ਨੂੰ ਜਿਹੜਾ ਹੱਲ ਕਰਾਂਗੇ। ਤਾਂ ਉਹ ਆਪਣੀ ਰਾਏ ਮਨ ਦੇ ਵਿੱਚ ਬਣਾ ਲੈਂਦੇ ਨੇ। ਕੋਈ ਵੀ ਟੀਚਰ ਜਦੋਂ ਪੜ੍ਹਾਉਂਦਾ ਹੈ ਜਾਂ ਕੋਈ ਪ੍ਰੋਫੈਸਰ ਜਦੋਂ ਪੜ੍ਹਾਉਂਦੇ ਨੇ ਤਾਂ ਉਹ ਜਨਤਾ ਨੂੰ ਅਵੇਅਰ ਕਰਨ ਦਾ ਕੰਮ ਕਰਦੇ ਨੇ। ਔਰ ਮੇਰਾ ਮੰਨਣਾ ਹੈ ਕਿ ਵਿੱਦਿਅਕ ਸੰਸਥਾਵਾਂ ਤੋਂ ਵੱਡਾ ਕੋਈ ਵੀ ਲੋਕ ਮਤ ਦਾ ਸਾਧਨ ਸ਼ਾਇਦ ਕੋਈ ਨਹੀਂ ਹੈਗਾ। ਇੱਕ ਬੱਚੇ ਦੀ ਜਿਹੜੀ ਰਾਏ ਤਿਆਰ ਕਰਨੀ ਸਰਕਾਰਾਂ ਦੇ ਪ੍ਰਤੀ, ਦੁਨੀਆ ਨੂੰ ਮੋੜਨ ਦਾ ਕੰਮ ਹੈ ਜਿਹੜਾ, ਜਾਂ ਲੋਕਾਂ ਦੀ ਜਿਹੜੀ ਮੱਤ ਹੈ ਉਸ ਨੂੰ ਚੇਂਜ ਕਰਨ ਦਾ ਕੰਮ ਹੈ ਜਿਹੜਾ, ਇੱਕ ਅੱਛੇ ਸਟੇਟਸ 'ਤੇ ਲੈ ਕੇ ਆਉਣ ਦਾ ਕੰਮ ਹੈ ਜਿਹੜਾ, ਉਹ ਵਿੱਦਿਅਕ ਸੰਸਥਾਵਾਂ ਕਰਦੀਆਂ ਨੇ। ਲੋਕ ਮਤ ਦੇ ਪ੍ਰਗਟਾਵੇ ਦਾ ਇੱਕ ਸਾਧਨ ਹੈਗਾ ਧਾਰਮਿਕ ਸੰਸਥਾਵਾਂ। ਲੋਕਾਂ ਦੀ ਰਾਏ ਬਣਾਉਣ ਦੇ ਵਿੱਚ ਜਿਹੜਾ ਧਾਰਮਿਕ ਸੰਸਥਾਵਾਂ ਨੇ ਇਹ ਵੀ ਇੱਕ ਅਹਿਮ ਰੋਲ ਅਦਾ ਕਰਦੀਆਂ ਨੇ। ਲੇਕਿਨ ਕੁਝ ਧਾਰਮਿਕ ਸਮੱਸਿਆਵਾਂ ਅਜਿਹੀਆਂ ਹੁੰਦੀਆਂ ਹਨ, ਸੰਸਥਾਵਾਂ ਜੋ ਕੱਟੜਤਾ ਨੂੰ ਜਨਮ ਦਿੰਦੀਆਂ ਨੇ। ਬਹੁਤ ਸਾਰੀ ਤੁਹਾਨੂੰ ਸੰਸਥਾਵਾਂ ਭਾਰਤ ਅਜਿਹੀਆਂ ਮਿਲ ਜਾਣਗੀਆਂ ਜੋ ਸਿਰਫ ਇਕੱਲਾ ਆਪਣੇ ਹੀ ਧਰਮ ਦਾ ਪ੍ਰਚਾਰ ਕਰਦੀਆਂ ਹੋਣਗੀਆਂ, ਠੀਕ ਹੈ। ਲੇਕਿਨ ਕੁਝ ਸੰਸਥਾਵਾਂ ਅਜਿਹੀਆਂ ਹਨ ਜੋ ਸਭ ਨੂੰ ਭਾਈਚਾਰੇ ਦੀ ਭਾਵਨਾ ਦੇ ਨਾਲ ਜੋੜਨ ਦਾ ਕੰਮ ਕਰਦੀਆਂ ਨੇ। ਸਾਡੇ ਸਿੱਖ ਧਰਮ ਦੇ ਵਿੱਚ, ਹਿੰਦੂ ਧਰਮ ਦੇ ਵਿੱਚ ਵੀ, ਮੁਸਲਮਾਨ ਧਰਮ ਦੇ ਵਿੱਚ ਵੀ ਬਹੁਤ ਸਾਰੀ ਸੰਸਥਾਵਾਂ ਨੇ ਜੋ ਭਾਈਚਾਰੇ ਦਾ ਇੱਕ ਬਹੁਤ ਵੱਡਾ ਪ੍ਰਤੀਕ ਹਨ। ਬਹੁਤ ਸਾਰੀ ਮੂਵੀਜ਼ ਅਜਿਹੀਆਂ ਬਣਦੀਆਂ ਨੇ ਧਰਮ ਦੇ ਉੱਪਰ ਜੋ ਭਾਈਚਾਰੇ ਦਾ ਪ੍ਰਗਟਾਵਾ ਕਰਦੀਆਂ ਨੇ। ਤਾਂ ਜਿਹੜੀ ਧਾਰਮਿਕ ਸੰਸਥਾਵਾਂ ਨੇ ਇਹਨਾਂ ਦੇ ਵਿੱਚ ਵੀ ਲੋਕਾਂ ਨੂੰ ਪ੍ਰਪੇਅਰ ਕੀਤਾ ਜਾਂਦਾ ਹੈ ਕਿ ਉਹ ਦੇਸ਼ ਦੀ ਇਕਜੁੱਟਤਾ ਨੂੰ ਬਣਾਈ ਰੱਖਣ, ਭਾਈਚਾਰੇ ਨੂੰ ਬਣਾਈ ਰੱਖਣ, ਮਾਨਵ ਜਾਤੀ ਦੇ ਉੱਤੇ ਕਿਸੇ ਪ੍ਰਕਾਰ ਦਾ ਅਤਿਆਚਾਰ ਨਾ ਕਰਨ, ਠੀਕ ਹੈ, ਨਸ਼ਿਆਂ ਤੋਂ ਦੂਰ ਰਹਿਣ। ਤਾਂ ਅਜਿਹੀ ਜਿਹੜੀ ਵਿਚਾਰਧਾਰਾ ਹੈ ਉਹ ਧਾਰਮਿਕ ਸੰਸਥਾਵਾਂ ਦੇ ਦੁਆਰਾ ਸਮਾਜ ਦੇ ਵਿੱਚ ਫੈਲਾਈ ਜਾਂਦੀ ਹੈ, ਜਿਹਦਾ ਲੋਕਾਂ ਦੇ ਉੱਤੇ ਜਾਂ ਲੋਕਾਂ ਦੀ ਜਿਹੜੀ ਰਾਏ ਹੈ ਉਸ ਦੇ ਉੱਤੇ ਇਫੈਕਟ ਪੈਂਦਾ ਹੈ। ਪਰ ਧਾਰਮਿਕ ਸੰਸਥਾਵਾਂ ਨੂੰ ਕੱਟੜ ਨਹੀਂ ਹੋਣਾ ਚਾਹੀਦਾ। ਕਿਸੇ ਪਰਟੀਕੂਲਰ ਧਰਮ ਦੇ ਵਿਚਾਰ ਨੂੰ ਪ੍ਰਚਾਰ ਕਰਨਾ ਚੰਗੀ ਗੱਲ ਹੈ ਕਿ ਤੁਸੀਂ ਆਪਦੇ ਧਰਮ ਦਾ ਪ੍ਰਚਾਰ ਕਰੋ, ਲੇਕਿਨ ਕਿਸੇ ਦੂਸਰੇ ਧਰਮ ਦੇ ਬਾਰੇ ਗਲਤ ਬੋਲਣਾ ਇਹ ਧਾਰਮਿਕ ਸੰਸਥਾਵਾਂ ਦੇ ਵਾਸਤੇ ਠੀਕ ਨਹੀਂ ਹੈ। ਸਾਰੇ ਧਰਮਾਂ ਦਾ ਬਰਾਬਰ ਸਨਮਾਨ ਕਰਨਾ ਚਾਹੀਦਾ ਹੈ ਔਰ ਫਿਰ ਹੀ ਲੋਕਾਂ ਦੀ ਜਿਹੜੀ ਰਾਏ ਹੈ ਉਹ ਹਰੇਕ ਧਰਮ ਦੇ ਬਾਰੇ ਇੱਕੋ ਜਿਹੀ ਹੋਏਗੀ। ਨਹੀਂ ਤਾਂ ਉਹ ਆਪਣੇ ਧਰਮ ਦੇ ਪ੍ਰਤੀ ਇੰਨੇ ਕੱਟੜ ਹੋ ਜਾਣਗੇ ਜਿਹਦੇ ਨਾਲ ਦੇਸ਼ ਦੇ ਅੰਦਰ ਜਿਹੜੀ ਫਿਰਕਾ ਪ੍ਰਸਤੀ ਹੈ ਉਹ ਫੈਲ ਸਕਦੀ ਹੈ, ਠੀਕ ਹੈ। ਧਾਰਮਿਕ ਕੱਟੜਤਾ ਜਿਹੜੀ ਲੋਕਾਂ ਦੇ ਵਿੱਚ ਪੈਦਾ ਹੋ ਸਕਦੀ ਹੈ। ਅਜਿਹੀਆਂ ਸੰਸਥਾਵਾਂ ਕਦੇ ਵੀ ਲੋਕ ਮਤ ਦੇ ਪ੍ਰਗਟਾਵੇ ਦਾ ਸਾਧਨ ਨਹੀਂ ਹੋ ਸਕਦੀਆਂ। ਜਿਹੜੇ ਸੰਸਥਾਵਾਂ ਧਰਮ ਦੇ ਆਧਾਰ 'ਤੇ ਲੋਕਾਂ ਨੂੰ ਲੜਾਉਂਦੀਆਂ ਨੇ ਜਾਂ ਦੂਜੇ ਧਰਮ ਦੀ ਨਿਖੇਧੀ ਕਰਦੀਆਂ ਨੇ, ਅਜਿਹੀਆਂ ਸੰਸਥਾਵਾਂ ਨੂੰ ਅਸੀਂ ਕਦੇ ਵੀ ਲੋਕ ਮਤ ਦੇ ਦਾਇਰੇ 'ਚ ਨਹੀਂ ਲੈ ਕੇ ਆਵਾਂਗੇ। ਇਸ ਤੋਂ ਬਾਅਦ ਸਾਡੇ ਕੋਲ ਹੁਣ ਆਖਰੀ ਟੌਪਿਕ ਹੈ, ਕਿਉਂਕਿ ਸਮਾਂ ਕਾਫੀ ਹੋ ਚੁੱਕਿਆ ਵੀਡੀਓ ਦਾ, ਅਤੇ ਇਸ ਕਰਕੇ ਮੈਂ ਇਸ ਨੂੰ ਜਲਦੀ ਫਿਨਿਸ਼ ਕਰਨਾ ਚਾਹਾਂਗਾ ਕਿਉਂਕਿ ਟੌਪਿਕ ਇਹ ਲਾਸਟ ਵਾਲਾ ਈਜ਼ੀ ਹੈ। ਸਵਸਥ ਲੋਕ ਮਤ ਦੇ ਲਈ ਜ਼ਰੂਰੀ ਸ਼ਰਤਾਂ। ਜੇਕਰ ਲੋਕਾਂ ਦੇ ਵਿਚਾਰ ਨੂੰ ਸਵਸਥ ਰੱਖਣਾ, ਸਵਸਥ ਦਾ ਮਤਲਬ ਕਿ ਲੋਕ ਮਤ ਦੇ ਵਿੱਚ ਵਿਚਾਰ ਅਜਿਹੇ ਹੋਣ ਜਿਹਦੇ ਵਿੱਚ ਸਭ ਦਾ ਬੈਨੀਫਿਟ ਹੋਵੇ, ਤਾਂ ਇਸ ਦੇ ਲਈ ਕੀ ਜ਼ਰੂਰੀ ਹੈ। ਜੇਕਰ ਲੋਕਾਂ ਦੀ ਰਾਏ ਨੂੰ ਅਸੀਂ ਸਾਰਥਕ ਬਣਾਉਣਾ ਤਾਂ ਉਸ ਦੇ ਲਈ ਸਭ ਤੋਂ ਜ਼ਰੂਰੀ ਹੈਗਾ ਲੋਕਤੰਤਰੀ ਸ਼ਾਸਨ ਪ੍ਰਣਾਲੀ। ਸਭ ਤੋਂ ਪਹਿਲੀ ਜ਼ਰੂਰੀ ਕੰਡੀਸ਼ਨ ਇਹ ਹੈ ਕਿ ਜਿਨ੍ਹਾਂ ਦੇਸ਼ਾਂ ਦੇ ਵਿੱਚ ਲੋਕਤੰਤਰੀ ਸ਼ਾਸਨ ਪ੍ਰਣਾਲੀ ਹੈ ਉਹਦੇ ਵਿੱਚ ਲੋਕਾਂ ਨੂੰ ਬੇਸਿਕਲੀ ਹਰ ਚੀਜ਼ ਦੇ ਰਾਈਟਸ ਮਿਲੇ ਹੁੰਦੇ ਨੇ। ਜੇਕਰ ਅਸੀਂ ਕਿਸੇ ਮੰਨ ਲਓ ਕਿ ਤਾਨਾਸ਼ਾਹ ਦੇਸ਼ ਦੇ ਵਿੱਚ ਆਪਣੇ ਵਿਚਾਰ ਪੇਸ਼ ਕਰਾਂਗੇ ਤਾਂ ਉੱਥੇ ਵਿਚਾਰਾਂ ਦੀ ਕੋਈ ਸੁਣਵਾਈ ਨਹੀਂ ਹੋਏਗੀ। ਔਰ ਇਸ ਕਰਕੇ ਜੇਕਰ ਲੋਕਾਂ ਨੇ ਆਪਣੇ ਵਿਚਾਰਾਂ ਨੂੰ ਸਹੀ ਤਰੀਕੇ ਨਾਲ ਪੇਸ਼ ਕਰਨਾ ਹੈ ਤਾਂ ਉਹਦੇ ਲਈ ਲੋਕਤੰਤਰੀ ਸ਼ਾਸਨ ਪ੍ਰਣਾਲੀ ਦਾ ਹੋਣਾ ਜ਼ਰੂਰੀ ਹੈ, ਕਿਉਂਕਿ ਲੋਕਤੰਤਰ ਦੇ ਅੰਦਰ ਸਭ ਦੀ ਸੁਣੀ ਜਾਂਦੀ ਹੈ। ਜੇਕਰ ਤਾਨਾਸ਼ਾਹੀ ਹੋਏਗੀ ਤਾਂ ਤੁਹਾਡੇ ਵਿਚਾਰਾਂ ਦਾ ਕੋਈ ਮੁੱਲ ਨਹੀਂ ਹੋਏਗਾ। ਉਹਦਾ ਕਾਰਨ ਇਹ ਹੈਗਾ ਕਿਉਂਕਿ ਤਾਨਾਸ਼ਾਹ ਸਰਕਾਰ ਨੇ ਕਿਸੇ ਦੀ ਮੰਨਣੀ ਨਹੀਂ ਹੈਗੀ, ਜਦਕਿ ਲੋਕਤੰਤਰ ਦੇ ਅੰਦਰ ਲੋਕਾਂ ਦੇ ਆਧਾਰ 'ਤੇ ਹੀ ਜਿਹੜਾ ਸ਼ਾਸਨ ਹੈ ਉਹ ਚਲਾਇਆ ਜਾਂਦਾ ਹੈ। ਫਿਰ ਹੈ ਪੜ੍ਹੇ ਲਿਖੇ ਲੋਕ। ਜਿੰਨੇ ਜ਼ਿਆਦਾ ਲੋਕ ਪੜ੍ਹੇ ਲਿਖੇ ਹੋਣਗੇ ਉਨੇ ਹੀ ਉਹਨਾਂ ਦੇ ਵਿਚਾਰ ਨੇ ਜਿਹੜੇ ਉਹ ਅਨਪੜ੍ਹ ਵਿਅਕਤੀ ਦੇ ਨਾਲੋਂ ਕਿਤੇ ਬਿਹਤਰ ਹੋਣਗੇ, ਕਿਉਂਕਿ ਪੜ੍ਹੇ ਲਿਖੇ ਹੋਣ ਦੇ ਨਾਲ ਸਾਡਾ ਜਿਹੜਾ ਮੈਂਟਲ ਹੋਰੀਜ਼ਨ ਲੈਵਲ ਹੈ, ਸੋਚਣ ਦੀ ਜਿਹੜੀ ਸ਼ਕਤੀ ਹੈ ਉਹ ਕਾਫੀ ਉੱਪਰ ਹੁੰਦੀ ਹੈ। ਤਾਂ ਜੇਕਰ ਲੋਕਾਂ ਨੇ ਆਪਣੇ ਵਿਚਾਰ ਪੇਸ਼ ਕਰਨੇ ਨੇ ਤਾਂ ਉਹਦੇ ਲਈ ਉਹਨਾਂ ਦਾ ਪੜ੍ਹੇ ਲਿਖੇ ਹੋਣਾ ਬਹੁਤ ਜ਼ਰੂਰੀ ਹੈ।
ਪੜ੍ਹੇ ਲਿਖੇ ਹੋਣ ਦੇ ਨਾਲ ਉਹਨਾਂ ਦੇ ਅੰਦਰ ਇੱਕ ਅਵੇਅਰਨੈਸ ਵੀ ਹੋਣੀ ਚਾਹੀਦੀ ਹੈ ਆਪਣੇ ਅਧਿਕਾਰਾਂ ਨੂੰ ਲੈ ਕੇ। ਬਹੁਤ ਸਾਰੇ ਲੋਕ ਅਜਿਹੇ ਹੋਣਗੇ ਜਿਹੜੇ ਐਜੂਕੇਟਡ ਹੋਣਗੇ ਲੇਕਿਨ ਫਿਰ ਵੀ ਉਹ ਆਪਣੇ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਯੂਜ਼ ਨਹੀਂ ਕਰਨਾ ਚਾਹੁੰਦੇ, ਉਹਨਾਂ ਦੇ ਅੰਦਰ ਅਵੇਅਰਨੈਸ ਨਹੀਂ ਹੈਗੀ, ਉਹਨਾਂ ਨੂੰ ਬਾਕੀਆਂ ਨਾਲ ਕੋਈ ਮਤਲਬ ਨਹੀਂ ਹੁੰਦਾ। ਉਹਨਾਂ ਨੂੰ ਇਹ ਕਿ ਮੇਰਾ ਕੰਮ ਚੱਲ ਰਿਹਾ ਤਾਂ ਦੁਨੀਆ ਕਿਸੇ ਮਰਜ਼ੀ ਪਾਸੇ ਜਾਵੇ, ਮੈਨੂੰ ਇਸ ਚੀਜ਼ ਨਾਲ ਫ਼ਰਕ ਨਹੀਂ ਪੈਂਦਾ। ਫਿਰ ਆਦਰਸ਼ ਸਿੱਖਿਆ ਪ੍ਰਣਾਲੀ, ਉਹ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈ ਇਹ ਵੀ ਧਰਮ 'ਤੇ ਆਧਾਰਿਤ ਨਹੀਂ ਹੋਣਾ ਚਾਹੀਦਾ, ਜਾਤੀ 'ਤੇ ਆਧਾਰਿਤ ਨਹੀਂ ਹੋਣਾ ਚਾਹੀਦਾ। ਸਾਡੀ ਸਿੱਖਿਆ ਪ੍ਰਣਾਲੀ ਜਿਹੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਬੱਚਿਆਂ ਦੇ ਅੰਦਰ ਇੱਕ ਅਜਿਹੀ ਭਾਵਨਾ ਪੈਦਾ ਕੀਤੀ ਜਾਵੇ ਜਿਹਦੇ ਨਾਲ ਉਹ ਰਾਸ਼ਟਰਵਾਦੀ ਸੋਚ ਰੱਖਣ ਅਤੇ ਪੂਰੇ ਦੇਸ਼ ਦੇ ਲੋਕਾਂ ਦੇ ਵੈਲਫੇਅਰ ਵਾਸਤੇ ਸੋਚਣ। ਫਿਰ ਚੰਗੇ ਸੰਗਠਿਤ ਰਾਜਨੀਤਿਕ ਦਲ ਔਰ ਸਾਡੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਔਰਗਨਾਈਜ਼ ਕੀਤੀਆਂ ਜਾਂਦੀਆਂ ਨੇ ਉਹ ਕਿਸੇ ਵਿਸ਼ੇਸ਼ ਧਰਮ ਜਾਂ ਵਿਸ਼ੇਸ਼ ਜਾਤੀ ਜਾਂ ਵਿਸ਼ੇਸ਼ ਨਸਲ ਦੇ ਆਧਾਰ 'ਤੇ ਨਹੀਂ ਹੋਣੀਆਂ ਚਾਹੀਦੀਆਂ। ਜਿਹੜੀ ਵੀ ਰਾਜਨੀਤਿਕ ਪਾਰਟੀ ਬਣੇਗੀ ਉਹ ਦੇਸ਼ ਦੇ ਲੋਕਾਂ ਦੇ ਹਰੇਕ ਧਰਮ ਦੇ ਹਰੇਕ ਜਾਤੀ ਦੇ ਹਿੱਤਾਂ ਵਾਸਤੇ ਸੋਚਣ, ਤਾਂ ਹੀ ਸਾਡੀ ਜਿਹੜੀ ਰਾਏ ਹੈ ਜਿਹੜੀ ਸਹੀ ਹੋ ਸਕਦੀ ਹੈ। ਨਹੀਂ ਤਾਂ ਬਹੁਤ ਸਾਰੀ ਪਾਰਟੀਆਂ ਨੇ ਜਿਹੜੀਆਂ ਕਿਸੇ ਪਰਟੀਕੂਲਰ ਧਰਮ ਨੂੰ ਬਿਲੋਂਗ ਕਰਦੀਆਂ ਨੇ ਅਤੇ ਲੋਕਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਚੇਂਜ ਕਰ ਦਿੰਦੀਆਂ ਨੇ, ਕਿਉਂਕਿ ਉਹਨਾਂ ਦਾ ਮਕਸਦ ਹੁੰਦਾ ਸਿਰਫ ਆਪਣੇ ਧਰਮ ਦਾ ਪ੍ਰਚਾਰ ਕਰਨਾ। ਯੋਗ ਪ੍ਰਸ਼ਾਸਨਿਕ ਪ੍ਰਬੰਧ ਔਰ ਸਾਡਾ ਜਿਹੜਾ ਪ੍ਰਸ਼ਾਸਨ ਹੈ, ਸਿਸਟਮ ਹੈ, ਉਹਦੀ ਮੈਨੇਜਮੈਂਟ ਵਧੀਆ ਹੋਣੀ ਚਾਹੀਦੀ ਹੈ, ਕਿਉਂਕਿ ਲੋਕ ਆਪਣੇ ਵਿਚਾਰ ਉਦੋਂ ਚੇਂਜ ਕਰਦੇ ਆ ਜਦੋਂ ਪ੍ਰਸ਼ਾਸਨ ਉਹਨਾਂ ਦੀ ਨਹੀਂ ਸੁਣਦਾ। ਤਾਂ ਜਦ ਤੱਕ ਪ੍ਰਸ਼ਾਸਨ ਉਹਨਾਂ ਦੀ ਨਹੀਂ ਸੁਣੇਗਾ ਉਦੋਂ ਤੱਕ ਲੋਕਾਂ ਦੇ ਵਿਚਾਰ ਨੇ ਜਿਹੜੇ ਉਹ ਸਰਕਾਰ ਦੇ ਪ੍ਰਤੀ ਜਿਹੜੀ ਪ੍ਰਤੀਕਿਰਿਆ ਹੈ ਉਹ ਨਹੀਂ ਕਰ ਸਕਦੇ। ਜੇ ਪ੍ਰਸ਼ਾਸਨ ਹੀ ਕਰੂੜ ਹੋਏਗਾ ਤਾਂ ਲੋਕ ਆਪਣੇ ਵਿਚਾਰ ਪੇਸ਼ ਕਰਨ ਤੋਂ ਡਰਨਗੇ। ਫਿਰ ਹੈਗਾ ਸੁਤੰਤਰ ਅਤੇ ਨਿਰਪੱਖ ਪ੍ਰੈਸ, ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਹੁਣ ਅਸੀਂ ਅੱਜ ਕੱਲ੍ਹ ਸਾਰੇ ਸੁਣ ਰਹੇ ਹਾਂ ਗੋਦੀ ਮੀਡੀਆ। ਇਟ ਮੀਨਸ ਕਿ ਉਹ ਲੋਕਾਂ ਦੀ ਰਾਏ ਕੀ ਕਰ ਰਹੇ ਨੇ, ਡਾਈਵਰਟ ਕਰ ਰਹੇ ਨੇ। ਮੀਡੀਆ ਦੇ ਉੱਪਰ ਬਹੁਤ ਕੁਝ ਅਜਿਹਾ ਦਿਖਾਇਆ ਜਾਂਦਾ ਹੈ ਜੋ ਆਮ ਜਨਤਾ ਦੀ ਜਿਹੜੀ ਮਾਨਸਿਕਤਾ ਹੈ ਉਸ ਨੂੰ ਚੇਂਜ ਕਰ ਦਿੰਦੇ ਹੈ। ਵਾਰ-ਵਾਰ ਜਦੋਂ ਅਸੀਂ ਕਿਸੇ ਚੀਜ਼ ਨੂੰ ਦੇਖਾਂਗੇ ਤਾਂ ਹੋ ਸਕਦਾ ਕਿ ਅਸੀਂ ਉਸ ਚੀਜ਼ ਦੇ ਫੇਵਰ 'ਚ ਚਲੇ ਜਾਈਏ, ਹਾਲਾਂਕਿ ਉਹ ਕਈ ਵਾਰ ਗਲਤ ਵੀ ਹੁੰਦੀ ਹੈ। ਤਾਂ ਮੀਡੀਆ ਦਾ ਨਿਰਪੱਖ ਹੋਣਾ ਅਤੇ ਸੁਤੰਤਰ ਹੋਣਾ ਜ਼ਰੂਰੀ ਹੈ। ਜਦ ਤੱਕ ਮੀਡੀਆ ਨਿਰਪੱਖ ਨਹੀਂ ਹੋਏਗੀ ਲੋਕਾਂ ਦੀ ਜਿਹੜੀ ਸੋਚ ਹੈ ਉਹ ਚੇਂਜ ਨਹੀਂ ਹੋ ਸਕਦੀ। ਫਿਰ ਮੌਲਿਕ ਅਧਿਕਾਰਾਂ ਦੀ ਵਿਵਸਥਾ। ਮੌਲਿਕ ਅਧਿਕਾਰ ਸਾਡੇ ਸੰਵਿਧਾਨ ਦੇ ਵਿੱਚ ਸਾਨੂੰ ਦਿੱਤੇ ਗਏ ਨੇ ਭਾਗ 3 ਦੇ ਵਿੱਚ, ਔਰ ਜਿਨ੍ਹਾਂ ਦੇਸ਼ਾਂ ਦੇ ਵਿੱਚ ਲੋਕਾਂ ਨੂੰ ਮੌਲਿਕ ਅਧਿਕਾਰ ਪ੍ਰਾਪਤ ਨਹੀਂ ਹੈਗੇ, ਉਹਨਾਂ ਨੂੰ ਸੁਤੰਤਰਤਾ ਨਹੀਂ ਹੈ ਬੋਲਣ ਦੀ, ਤਾਂ ਲੋਕ ਆਪਣੇ ਵਿਚਾਰ ਕਦੋਂ ਪੇਸ਼ ਕਰਨਗੇ? ਜਦੋਂ ਉਹਨਾਂ ਨੂੰ ਦੇਸ਼ ਦੇ ਅੰਦਰ ਭਾਸ਼ਣ ਦੇਣ ਦੀ ਅਤੇ ਆਪਣੇ ਵਿਚਾਰ ਪ੍ਰਗਟਾਉਣ ਦੀ ਜਦੋਂ ਆਜ਼ਾਦੀ ਹੋਏਗੀ ਜਾਂ ਅਧਿਕਾਰ ਹੋਏਗਾ, ਉਦੋਂ ਤੱਕ ਉਹ ਆਪਣੇ ਜਿਹੜੇ ਵਿਚਾਰ ਨੇ ਉਹ ਪੇਸ਼ ਕਰ ਸਕਦੇ ਆ। ਅਗਰ ਉਹਨਾਂ ਦੇਸ਼ਾਂ ਦੇ ਵਿੱਚ ਮੌਲਿਕ ਅਧਿਕਾਰ ਹੀ ਨਹੀਂ ਹੈਗੇ ਤਾਂ ਲੋਕ ਆਪਣੀ ਰਾਏ ਕਿਸ ਤਰੀਕੇ ਨਾਲ ਪੇਸ਼ ਕਰਨਗੇ? ਤਾਂ ਇਹ ਸੀ ਤੁਹਾਡਾ ਅੱਜ ਦਾ ਟੌਪਿਕ। ਉਮੀਦ ਕਰਦਾ ਕਿ ਸਾਰੇ ਹੀ ਵਿਊਵਰਸ ਨੂੰ ਪਸੰਦ ਆਇਆ ਹੋਵੇਗਾ। ਤਾਂ ਤੁਸੀਂ ਇਸ ਵੀਡੀਓ ਨੂੰ ਮੈਕਸਿਮਮ ਸ਼ੇਅਰ ਕਰੋ, ਲਾਈਕ ਕਰੋ। ਥੈਂਕ ਯੂ।